ਗੈਟ ਪੰਜਾਬੀ ਪ੍ਰੋਗਰਾਮ ਦੇਖ ਰਹੇ ਦਾਨਸ਼ਵਰ ਦਰਸ਼ਕ ਤੇ ਸੁਣ ਰਹੇ ਸੁਚੇਤ ਸਰੋਤਿਆਂ ਦਾ ਨਿਰਭਉ ਨਿਰਵੈਰ ਐਪੀਸੋਡ ਵਿੱਚ ਨਿੱਘਾ ਸਵਾਗਤ ਹੈ। ਅੱਜ ਸਾਨੂੰ ਪ੍ਰਸੰਨਤਾ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਕਾਫੀ ਇੱਕ ਮੰਨੀ ਪ੍ਰਮੰਨੀ ਸ਼ਖਸੀਅਤ ਜਿਨ੍ਹਾਂ ਨੇ ਮੀਡੀਆ ਦੇ ਵਿੱਚ ਕਾਫੀ ਗਹਿਰਾਈ ਨਾਲ ਕੰਮ ਕੀਤਾ। ਟਾਈਮਜ਼ ਆਫ ਇੰਡੀਆ ਦੇ ਕੋਰਸਪੋਂਡੈਂਟ ਰਹੇ ਚੰਡੀਗੜ੍ਹ ਔਰ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਦਿੱਲੀ ਔਰ ਚੰਡੀਗੜ੍ਹ ਦੇ ਵਿੱਚ ਵੀ ਕੰਮ ਕੀਤਾ ਔਰ ਇੱਥੇ ਅਮਰੀਕਾ ਦੇ ਵਿੱਚ ਆ ਕੇ ਉਹਨਾਂ ਦੀਆਂ 2 ਕਿਤਾਬਾਂ ਵੀ ਪਬਲਿਸ਼ ਹੋਈਆਂ ਔਰ ਕਾਫੀ ਉਹਨਾਂ ਦੀ ਸੋਚ ਸੁਲਝੀ ਹੋਈ। ਉਹ ਮੇਰੇ ਨਾਲ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸ਼ਾਮਲ ਹਨ। ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਭੁਪਿੰਦਰ ਕੌਰ ਜੀ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਤੁਹਾਡੇ ਰੂਬਰੂ। ਭੁਪਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਜੀ ਆਇਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ। ਤੇ ਜਿਵੇਂ ਅੱਜ ਪਿਆਰੇ ਦਰਸ਼ਕੋ ਅਸੀਂ ਜਿਹੜਾ ਸਬਜੈਕਟ ਲੈਣਾ ਚਾਹੁੰਦੇ ਹਾਂ, ਜਿਹੜਾ ਵਿਸ਼ਾ, ਜਿਹੜਾ ਮੁੱਦਾ ਲੈਣਾ ਚਾਹਾਂਗੇ ਉਹ ਹੈ ਇੱਕ ਸਿੱਖ ਲੜਕੀ ਵੱਲੋਂ ਹੀ ਹਾਰਡਕੋਰ ਹਰਦਕੌਰ ਤਰਨ ਕੌਰ ਕੀ ਨਾਮ ਹੈ, ਪਰ ਉਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਨਾ ਕੇਵਲ ਫਾਹਿਸ਼ਪੁਣਾ ਔਰ ਉਹਦੀਆਂ ਸਾਰੀਆਂ ਹੱਦ ਬੰਨੇ ਟੱਪਦਿਆਂ ਹੋਇਆਂ ਆਪਣੇ ਉਸ ਦਾ ਪ੍ਰਗਟਾਵਾ ਕੀਤਾ, ਉਹ ਤਾਂ ਇੱਕ ਵੱਖਰੀ ਗੱਲ ਹੈ। ਉਹ ਉਸ ਦਾ ਨਿੱਜੀ ਮਾਮਲਾ ਹੋ ਸਕਦਾ ਹੈ। ਪਰ ਜਦੋਂ ਨਿੱਜੀ ਆਜ਼ਾਦੀ ਦਾ ਇਹ ਅਰਥ ਨਹੀਂ ਹੁੰਦਾ ਹਰ ਕੰਮ ਕਰਨ ਦੀ ਜਾਂ ਹਰ ਮਨਮਰਜ਼ੀ ਕਰਨ ਦਾ ਨਾਂ ਆਜ਼ਾਦੀ ਨਹੀਂ, ਸਹੀ ਕੰਮ ਕਰਨ ਦੀ ਛੋਟ ਦਾ ਨਾਂ ਆਜ਼ਾਦੀ ਹੁੰਦੀ ਹੈ। ਪਰ ਉਸਨੇ ਹੱਦ ਬੰਨੇ ਟੱਪਦਿਆਂ ਹੋਇਆਂ ਜਿਸ ਤਰੀਕੇ ਦੇ ਨਾਲ ਬਿਲਕੁਲ ਬੇਹੂਦਾ ਤਰੀਕੇ ਨਾਲ ਗੁਰੂ ਸਾਹਿਬ ਬਾਰੇ ਵੀ ਤਨਕੀਦ ਕੀਤੀ, ਉਹਨਾਂ ਦੇ ਬਾਰੇ ਟਿੱਪਣੀਆਂ ਕੀਤੀਆਂ, ਸਿੱਖਾਂ ਬਾਰੇ ਕੀਤੀਆਂ ਔਰ ਐਸੀ ਭੱਦੀ ਸ਼ਬਦਾਵਲੀ ਵਰਤੀ ਜਿਹੜੇ ਬਾਜ਼ਾਰੂ ਕਿਸਮ ਦੇ ਲੋਕ ਵੀ ਇੱਕ ਦੂਜੇ ਲਈ ਵਰਤਣ ਤੋਂ ਗੁਰੇਜ਼ ਕਰਦੇ ਹਨ, ਉਹਨਾਂ ਨੂੰ ਵੀ ਸ਼ਰਮ ਆ ਜਾਏ। ਉਸ ਦੇ ਉੱਤੇ ਭੁਪਿੰਦਰ ਕੌਰ ਜੀ ਸਾਡੇ ਨਾਲ ਉਹਦੇ ਉੱਤੇ ਗੱਲਬਾਤ ਕਰਨਗੇ ਕਿ ਕਿਉਂ, ਕਿਸ ਤਰ੍ਹਾਂ ਔਰ ਇਹ ਰੁਝਾਨ ਇਹ ਕਿਉਂ ਜ਼ਿਆਦਾ ਵੱਧ ਰਿਹਾ ਹੈ। ਕੀ ਸਾਡੀ ਕਮਜ਼ੋਰੀ ਹੈ ਜਾਂ ਸਾਡੀ ਰਜ਼ਾਮੰਦੀ ਹੈ ਕਿ ਗੁਰੂ ਸਾਹਿਬ ਦੇ ਬਾਰੇ ਵੀ ਕੋਈ ਜੋ ਮਰਜ਼ੀ ਬੋਲ ਕੇ ਚਲਾ ਜਾਏ, ਉਸ ਦੇ ਬਾਅਦ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਔਰ ਅਖੀਰ ਦੇ ਵਿੱਚ ਇਹੀ ਹੁੰਦਾ ਹੈ ਕਿ ਅੱਛਾ ਬਾਬਾ ਮਾਫ ਕਰੋ ਦੀ ਤਰਜ਼ ਦੇ ਉੱਤੇ ਮਾਫੀ ਮੰਗਣਾ। ਸੋ ਇਹਦੇ ਉੱਤੇ ਇਹ ਗੱਲ ਕਰਨਗੇ। ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ 1-2 ਸੁਰਖੀਆਂ ਹਨ। ਪਰ ਇਸ ਪ੍ਰੋਗਰਾਮ ਦੇ ਵਿੱਚ ਜੋ ਕਿ ਤੁਹਾਡਾ ਪ੍ਰੋਗਰਾਮ ਹੈ, ਤੁਹਾਡੇ ਸਵਾਲ ਭੁਪਿੰਦਰ ਕੌਰ ਜੀ ਜਵਾਬ ਦੇਣਗੇ ਕਿ ਕੀ ਸਾਨੂੰ ਗੁਰੂ ਸਾਹਿਬ ਦੀ ਹੋ ਰਹੀ ਤੋਹੀਨੇ ਰਿਸਾਲਤ, ਈਸ਼ ਨਿੰਦਾ ਬਰਦਾਸ਼ਤ ਕਰਨੀ ਚਾਹੀਦੀ ਹੈ ਜਾਂ ਇਸ ਤਰ੍ਹਾਂ ਦੇ ਫੂਹੜਪੁਣਾ ਕਿੱਥੇ ਤੱਕ ਸਾਡੇ ਸਮਾਜ ਨੂੰ ਕਿਸ ਤਰ੍ਹਾਂ ਰੋਕ ਸਕੇਗਾ ਬਰਬਾਦੀ ਤੋਂ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ, ਤੁਸੀਂ ਸਾਨੂੰ ਫੋਨ ਕਰਨਾ। ਥੋੜ੍ਹੀ ਦੇਰੀ ਦੇ ਬਾਅਦ ਅਸੀਂ ਤੁਹਾਡੇ ਵਿਚਾਰ ਨਾਲੋਂ ਨਾਲ ਪ੍ਰੋਗਰਾਮ ਦੇ ਵਿੱਚ ਚਾਹਾਂਗੇ ਕਿ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਟੂਡੀਓ ਦੇ ਨੰਬਰਾਂ ਦੇ ਉੱਤੇ 516 825 0006 ਦੇ ਉੱਤੇ। ਥੋੜ੍ਹੀ ਦੇਰੀ ਦੇ ਬਾਅਦ ਨਾਲ ਤੁਸੀਂ ਸ਼ਾਮਲ ਹੋ ਜਾਣਾ। ਪਰ ਜਿਹੜੀਆਂ 2 ਸੁਰਖੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਪਹਿਲੀ, ਆਮ ਤੌਰ ਦੇ ਉੱਤੇ ਜਦੋਂ ਕੋਈ ਗੁਰਦੁਆਰਾ, ਕੋਈ ਸਮਾਰਕ, ਕੋਈ ਯਾਦਗਾਰ, ਕੋਈ ਚਿੰਨ੍ਹ ਸਾਡੇ ਨਾਲ ਸੰਬੰਧਿਤ ਜਦੋਂ ਉਸ ਦੀ ਤਾਮੀਰ, ਉਸਾਰੀ ਜਾਂ ਕੰਸਟਰਕਸ਼ਨ ਦੀ ਗੱਲ ਆਉਂਦੀ ਹੈ ਤਾਂ ਇਹ ਹੁੰਦਾ ਹੈ ਚਲੋ ਜੀ ਇਹਦਾ ਲਾ ਦਿਓ, ਟੱਕ ਲਗਾ ਦਿਓ ਔਰ ਸਾਰਾ ਸਮਾਨ ਇਕੱਠਾ ਕਰੋ ਤੇ ਬਣਾ ਲਓ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ 1984 ਦਾ ਦਿੱਲੀ ਅਤੇ ਸਾਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸਿਵਲੀਅਨਸ, ਫੌਜੀ ਔਰ ਆਮ ਲੋਕਾਂ ਦਾ, ਸਿੱਖਾਂ ਦਾ ਜੋ ਕਤਲੇਆਮ ਹੋਇਆ, ਉਸ ਦਾ ਮੈਮੋਰੀਅਲ, ਉਸ ਦੀ ਯਾਦਗਾਰ ਬਣਾਉਣ ਦਾ ਜਿਹੜਾ ਇੱਕ ਦਲੇਰਾਨਾ ਨਿਰਣਾ ਲਿਆ, ਕਾਫੀ ਰੁਕਾਵਟਾਂ ਦੇ ਬਾਵਜੂਦ
ਕਾਫੀ ਦਿੱਕਤਾਂ ਦੇ ਬਾਵਜੂਦ ਉਸ ਨੂੰ ਸਿਰੇ ਚੜਾਉਣ ਲਈ। ਔਰ ਇੱਕ ਗੱਲ ਹੋਰ ਜਿਹੜੀ ਉਹਨਾਂ ਨੇ ਚੰਗੀ ਕੀਤੀ, ਜਿਹੜੀ ਬਹੁਤ ਹੀ ਸ਼ਲਾਘਾਯੋਗ ਹੈ, ਸ਼ਾਇਦ ਇੱਕ ਨਵੀਂ ਪਿਰਤ ਹੈ ਸਾਡੇ ਵਿੱਚ ਕਿ ਇਸ ਤਰ੍ਹਾਂ ਦੀ ਅਗਰ ਪਿਰਤ ਸ਼ੁਰੂ ਹੋ ਸਕੇ, ਉਹਨਾਂ ਨੇ ਇਹ ਇੱਕ ਆਮ ਆਵਾਜ਼ ਦਿੱਤੀ ਹੈ, ਸੱਦਾ ਦਿੱਤਾ ਹੈ ਕਿ ਸਾਰੀ ਦੁਨੀਆ 'ਚੋਂ ਕੋਈ ਵੀ ਵਿਅਕਤੀ ਜਾਂ ਸੰਸਥਾ, ਕੋਈ ਵੀ ਡਿਜ਼ਾਈਨ, ਕਨਸੈਪਟ ਜਾਂ ਨਕਸ਼ਾ, ਉਹ ਯਾਦਗਾਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਿਵੇਂ ਬਣਨੀ ਚਾਹੀਦੀ ਹੈ, ਕੋਈ ਵੀ ਇਸ ਦੇ ਵਿੱਚ ਆਪਣੇ ਸੁਝਾਅ ਦੇ ਸਕਦਾ ਹੈ। ਔਰ ਸਭ ਤੋਂ ਵੱਡੀ ਗੱਲ, ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ, ਉਹਨਾਂ ਨੇ ਨਾਲ ਇਹ ਵੀ ਐਲਾਨ ਕੀਤਾ ਹੈ ਕਿ ਜਿਸ ਦਾ ਵੀ ਇਹ ਡਿਜ਼ਾਈਨ, ਨਕਸ਼ਾ ਜਾਂ ਕਨਸੈਪਟ ਜਿਹੜਾ ਮਨਜ਼ੂਰ ਹੋਏਗਾ, ਪ੍ਰਵਾਨ ਹੋਏਗਾ, ਉਸ ਨੂੰ 11 ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਏਗਾ। ਇਹ ਸੋਚ, ਇਸ ਤਰ੍ਹਾਂ ਦੀ ਸੋਚ ਆਣੀ ਨਿਸ਼ਚਿਤ ਤੌਰ ਦੇ ਉੱਤੇ ਬਹੁਤ ਹੀ ਇੱਕ ਸ਼ਲਾਘਾਯੋਗ ਔਰ ਇੱਕ ਸਰਾਹਨਾ ਭਰਿਆ ਕਦਮ ਹੈ। ਔਰ ਅਗਰ ਇਸ ਤਰੀਕੇ ਦੇ ਨਾਲ ਅੱਗੇ ਤੋਂ ਗੁਰਦੁਆਰਾ ਸਾਹਿਬਾਨ ਦਾ ਵੀ ਨਕਸ਼ੇ ਬਣਨ ਤਾਂ ਇੱਕ ਬਹੁਤ ਹੀ ਚੰਗਾ ਕਦਮ ਮੰਨਿਆ ਜਾ ਸਕਦਾ ਹੈ। ਨਹੀਂ ਤਾਂ ਜਿਤਨੇ ਵੀ ਗੁਰਦੁਆਰਾ ਸਾਹਿਬਾਨ ਇਸ ਵੇਲੇ ਬਣੇ ਹਨ, ਬਣਾਏ ਜਾ ਰਹੇ ਹਨ, ਜੇਕਰ ਸਾਰੇ ਗੁਰਦੁਆਰਾ ਸਾਹਿਬਾਨ ਦੀ ਤਸਵੀਰ ਲੈ ਲਓ ਔਰ ਜਿਨ੍ਹਾਂ ਨੇ ਬਣਾਏ ਹਨ ਉਹਨਾਂ ਦੇ ਅੱਗੇ ਰੱਖ ਦਿਓ, ਉਹ ਵੀ ਨਹੀਂ ਦੱਸ ਸਕਣਗੇ ਕਿ ਕਿਹੜਾ ਗੁਰਦੁਆਰਾ ਸਾਹਿਬ ਕਿਹੜਾ ਹੈ। ਆਮ ਤੌਰ ਦੇ ਉੱਤੇ ਜਦੋਂ ਬੰਦਾ ਆਪਣਾ ਘਰ ਵੀ ਬਣਾਉਂਦਾ ਹੈ ਤਾਂ ਇਹ ਮੰਗ ਕਰਦਾ ਹੈ, ਆਰਕੀਟੈਕਟ ਨੂੰ ਸੱਦੋ, ਫਲਾਣੇ ਨੂੰ ਸੱਦੋ, ਡਿਜ਼ਾਈਨਰ ਨੂੰ ਸੱਦੋ, ਔਰ ਇਹ ਚਾਹੁੰਦਾ ਹੈ ਕਿ ਮੇਰਾ ਘਰ ਵਿਲੱਖਣ ਹੋਏ, ਉਹਦੀ ਦਿੱਖ ਵੱਖਰੀ ਹੋਏ। ਉਹ ਨਹੀਂ ਚਾਹੁੰਦਾ ਕਿ ਕਿਸੇ ਹੋਰ ਦੀ ਨਕਲ ਕਰਾਂ। ਪਰ ਜਦੋਂ ਗੁਰਦੁਆਰਾ ਸਾਹਿਬਾਨ ਦੀ ਗੱਲ ਆਉਂਦੀ ਹੈ, ਸ਼ਾਇਦ ਲੱਗਦਾ ਹੈ ਸਾਡੀ ਸੋਚ ਦਾ ਸੋਮਾ ਸੁੱਕ ਜਾਂਦਾ ਹੈ। ਇੱਕੋ ਹੀ ਨਕਸ਼ਾ, ਇੱਕੋ ਹੀ ਡਿਜ਼ਾਈਨ, ਬਾਹਰ ਬਾਥਰੂਮ ਟਾਈਲਾਂ ਇਹ ਲਗਾ ਕੇ ਅਸੀਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰ ਰਹੇ ਹਾਂ। ਇੱਕੋ ਚੀਜ਼ ਤੇ ਜ਼ੋਰ ਹੈ ਕਿ ਇਸ ਦੇ ਉੱਤੇ ਸੰਗਮਰਮਰ ਕਿੰਨਾ ਕੁ ਥੱਪ ਦਿੱਤਾ ਜਾਏ, ਕਿੰਨਾ ਕੁ ਲਗਾ ਦਿੱਤਾ ਜਾਏ, ਜਾਂ ਸੋਨਾ ਕਿੰਨਾ ਕੁ ਲਗਾ ਦਿੱਤਾ ਜਾਏ। ਸੋ ਖੈਰ ਅੱਜ ਉਹ ਵਿਸ਼ਾ ਨਹੀਂ ਹੈ, ਪਰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਉਹਨਾਂ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ, ਜਿਨ੍ਹਾਂ ਵਿੱਚ ਫੌਜੀ ਔਰ ਸਿਵਲੀਅਨ ਸਿੱਖ ਹੋਣ ਕਰਕੇ ਮਾਰੇ ਗਏ, ਜਾਂ ਉਹ ਲੋਕ ਵੀ ਜਿਹੜੇ ਗੈਰ ਸਿੱਖ ਸਨ ਪਰ ਸਿੱਖਾਂ ਨੂੰ ਬਚਾਉਂਦਿਆਂ ਹੋਇਆਂ ਕਈਆਂ ਨੂੰ ਆਪਣੀ ਜਾਨ ਦੀ ਕੁਰਬਾਨੀ ਦੇਣੀ ਪਈ, ਇਹ ਇੱਕ ਮਾਨਵਤਾ ਦਾ ਸਮਾਰਕ ਪਾਰਲੀਮੈਂਟ ਦੇ ਸਾਹਮਣੇ ਰਕਾਬਗੰਜ ਸਾਹਿਬ ਦੇ ਵਿੱਚ ਉਸਾਰੀ ਦਾ ਇੱਕ ਦਲੇਰਾਨਾ ਔਰ ਸ਼ਲਾਘਾਪੂਰਨ ਕਦਮ ਹੈ, ਜਿਸ ਦਾ ਅਸੀਂ ਸਵਾਗਤ ਕਰਦੇ ਹਾਂ। ਤੁਸੀਂ ਜ਼ਰੂਰ ਉਹਨਾਂ ਨੂੰ ਇਸ ਦੇ ਬਾਰੇ ਵੀ ਰਾਏ ਦੇਣਾ ਤਾਂ ਕਿ ਉਹ ਨਕਸ਼ਾ ਕਿੱਦਾਂ ਦਾ ਹੋਏ, ਕੀ ਹੋਣਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਮੈਮੋਰੀਅਲ ਹੋਣਾ ਚਾਹੀਦਾ ਹੈ, ਇਹਦੇ ਬਾਰੇ ਕੀ ਉਹ ਗੁਰਦੁਆਰਾ ਸਾਹਿਬ ਜਾਂ ਕੋਈ ਬੁੰਗਾ ਜਾਂ ਪਿਲਰ ਜਾਂ ਮੀਨਾਰ, ਜੋ ਕੁਝ ਵੀ ਤੁਹਾਡੇ ਜ਼ਿਹਨ ਵਿੱਚ ਹੋਏ, ਤੁਸੀਂ ਉਹਨਾਂ ਨੂੰ ਆਪਣੀ ਸੋਚ ਦੇ ਮੁਤਾਬਕ ਰਾਏ ਦੇ ਸਕਦੇ ਹੋ। ਉਹ ਤੁਹਾਡੀ ਰਾਏ ਦੇ ਮੁੰਤਜ਼ਰ ਔਰ ਅਭਿਲਾਸ਼ੀ ਹਨ। ਦੂਸਰੀ ਖਬਰ ਛੋਟੀ ਜੀ, ਦਰਬਾਰ ਸਾਹਿਬ ਦੇ ਵਿੱਚ ਜੋ ਕਾਰਵਾਈ ਭਾਰਤੀ ਫੌਜ ਵੱਲੋਂ ਕੀਤੀ ਗਈ, ਸ੍ਰੀ ਅਕਾਲ ਤਖਤ ਸਾਹਿਬ ਢਾਹ ਢੇਰੀ ਕੀਤਾ ਗਿਆ। ਨਾ ਕੇਵਲ ਉਸ ਨੂੰ ਢਾਇਆ ਗਿਆ, ਬਲਕਿ ਉਸ ਦਾ ਦਿਨ ਵੀ ਜੋ ਚੁਣਿਆ ਗਿਆ ਉਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਸੀ, ਜਿਸ ਦਿਨ ਇਹ ਕਾਰਾ ਕੀਤਾ ਗਿਆ। ਦੁਨੀਆ ਦੇ ਇਤਿਹਾਸ ਵਿੱਚ ਇਤਨਾ ਦਰਦਨਾਕ ਔਰ ਇਤਨਾ ਸ਼ਾਇਦ ਵਹਿਸ਼ਿਆਨਾ ਹਮਲਾ ਇੱਕ ਧਾਰਮਿਕ ਸਥਾਨ ਤੇ ਕਦੀ ਵੀ ਨਹੀਂ ਹੋਇਆ ਹੋਏਗਾ। ਉਸ ਦੀ ਯਾਦਗਾਰ ਦਰਬਾਰ ਸਾਹਿਬ ਕੰਪਲੈਕਸ ਵਿੱਚ ਬਣਾਈ ਗਈ। ਜਿਸ ਤਰ੍ਹਾਂ ਦੀ ਵੀ ਬਣੀ ਹੈ, ਉਹਦੇ ਉੱਤੇ ਵੀ ਕੀ ਨਾਂ ਹੋਰ ਜੋੜਨੇ ਚਾਹੀਦੇ, ਕੀ ਪਹਿਲੇ ਨਾਂ ਮਿਟਾ ਦੇਣੇ ਚਾਹੀਦੇ ਹੈ, ਉਹ ਵਿਵਾਦਾਂ ਵਿੱਚ ਘੇਰਨ ਦੀ ਕੋਸ਼ਿਸ਼ ਹੋਈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਦੇ ਉੱਤੇ ਵੀ ਰਾਏ ਮੰਗੀ ਗਈ ਹੈ, ਔਰ ਜਿਵੇਂ ਅਸੀਂ ਅੱਗੇ ਵੀ ਬੇਨਤੀ ਕਰ ਚੁੱਕੇ ਹਾਂ, ਉਹਦੇ ਬਾਰੇ ਵੀ ਤੁਸੀਂ ਆਪਣੀ ਰਾਏ ਦੇ ਸਕਦੇ ਹੋ। ਪਰ ਦੁਰਗਿਆਣਾ ਮੰਦਰ ਕਮੇਟੀ, ਜਿਹੜਾ ਕਿ ਦੁਰਗਿਆਣਾ ਮੰਦਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਅੰਮ੍ਰਿਤਸਰ ਦੀ ਵਾਲਡ ਸਿਟੀ ਦੇ ਬਾਹਰ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਤਰਜ਼ ਦੇ ਉੱਤੇ, ਉਹਦੀ ਨਕਲ ਦੇ ਉੱਤੇ ਬਣਾਇਆ ਗਿਆ 1924 ਦੇ ਵਿੱਚ ਉਹ ਮੰਦਰ ਹੈ। ਉਸ ਦੇ ਵਿੱਚ
ਉੱਥੋਂ ਦੀ ਕਮੇਟੀ ਨੇ ਇਹ ਕਿਹਾ ਹੈ ਕਿ ਜਿਹੜੇ ਵੀ ਦਹਿਸ਼ਤਗਰਦਾਂ ਦੇ, ਉਗਰਵਾਦੀਆਂ ਦੇ, ਟੈਰਰਿਸਟ ਦੇ ਹੱਥੋਂ ਸਿਵਲੀਅਨਸ ਤੇ ਫੌਜੀ ਜਵਾਨ ਮਾਰੇ ਗਏ ਹਨ, ਉਹਨਾਂ ਸਾਰਿਆਂ ਦੀ ਯਾਦ ਵਿੱਚ ਉੱਥੇ ਉਹ ਇੱਕ ਯਾਦਗਾਰ ਬਣਾਉਣਗੇ। ਲక్ష్ਮੀ ਕਾਂਤਾ ਚਾਵਲਾ ਜਿਹੜੇ ਪੰਜਾਬ ਦੇ ਵਿੱਚ ਉੱਘੇ ਮੰਤਰੀ ਰਹਿ ਚੁੱਕੇ ਹਨ, ਉਹਨਾਂ ਦਾ ਕਹਿਣਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਉਹਨਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਦਹਿਸ਼ਤਗਰਦੀ ਦੇ ਨਾਲ ਜਿਹੜੇ ਬੰਦੇ ਸ਼ਹੀਦ ਹੋਏ ਹਨ, ਹਿੰਦੂ ਧਰਮ ਦੀ ਰੱਖਿਆ ਦੀ ਖਾਤਰ ਜਿਹੜੇ ਸ਼ਹੀਦ ਹੋਏ ਹਨ, ਉਹਨਾਂ ਲਈ ਇਹ ਯਾਦਗਾਰ ਬਣਾਈ ਜਾਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਦੇ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸੋ ਇਹ ਜਿਹੜੀਆਂ ਦੋ ਸੁਰਖੀਆਂ ਹਨ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ। ਅਸੀਂ ਹੁਣ ਆਪਣੇ ਮੁੱਖ ਜਿਹੜਾ ਅੱਜ ਦਾ ਵਿਸ਼ਾ ਹੈ, ਜਿਹੜਾ ਤੁਹਾਡੇ ਨਾਲ, ਤੁਹਾਡਾ ਪ੍ਰੋਗਰਾਮ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਸੰਗੀਤ ਇੱਕ ਰੱਬੀ ਦਾਤ ਹੈ, ਸੰਗੀਤ ਇਲਾਹੀ ਬਖਸ਼ਿਸ਼ ਹੈ। ਸੰਗੀਤ ਦੇ ਰਾਹੀਂ ਰੱਬ ਨਾਲ ਜੁੜਿਆ ਜਾ ਸਕਦਾ ਹੈ। ਪਰ ਜਦੋਂ ਕੋਈ ਵੀ ਚੰਗੀ ਚੀਜ਼ ਜਦੋਂ ਉਸ ਨੂੰ ਮਾੜੇ ਤਰੀਕੇ ਨਾਲ ਵਰਤ ਲਈ ਜਾਏ ਤਾਂ ਉਸ ਦਾ ਅਸਰ ਸਭ ਕੁਝ ਮਾੜਾ ਹੋ ਜਾਂਦਾ ਹੈ। ਈਰਾਨ ਦਾ ਇੱਕ ਬਹੁਤ ਵੱਡਾ ਸੰਗੀਤਕਾਰ ਸੀ, ਉਸ ਦਾ ਨਾਮ ਫਹਾਬੀ ਸੀ, ਔਰ ਉਹ ਫਹਾਬੀ ਇਤਨਾ ਕਮਾਲ ਦਾ ਸੰਗੀਤਕਾਰ ਸੀ, ਪਰ ਉਹ ਮਸਤ ਸੀ, ਬੇਪਰਵਾਹ ਸੀ, ਜਿਵੇਂ ਇਸ ਤਰ੍ਹਾਂ ਦੇ ਵਿਅਕਤੀ ਹੁੰਦੇ ਹਨ। ਉੱਥੋਂ ਦੇ ਬਾਦਸ਼ਾਹ ਨੇ ਫਹਾਬੀ ਨੂੰ ਸੱਦਿਆ, ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ। ਬਾਦਸ਼ਾਹ ਨੇ ਹੁਕਮ ਕੀਤਾ ਕਿ ਫਹਾਬੀ ਨੂੰ ਪਕੜ ਕੇ ਪੇਸ਼ ਕੀਤਾ ਜਾਏ। ਫਹਾਬੀ ਆਇਆ, ਉਸਦੇ ਕੋਲ ਇੱਕ ਰਬਾਬ ਸੀ, ਉਸਨੇ ਰਬਾਬ ਦਾ ਪਰਦਾ ਛੇੜਿਆ, ਸਾਰੇ ਹੱਸਣ ਲੱਗ ਪਏ। ਉਸਨੇ ਥੋੜੀ ਦੇਰੀ ਦੇ ਬਾਅਦ ਪਰਦਾ ਤਬਦੀਲ ਕੀਤਾ, ਸਾਰੇ ਰੋਣ ਲੱਗ ਪਏ। ਥੋੜੀ ਦੇਰੀ ਦੇ ਬਾਅਦ ਉਸ ਫਹਾਬੀ ਨੇ ਫਿਰ ਪਰਦਾ ਤਬਦੀਲ ਕੀਤਾ, ਸਾਰੇ ਸੌਂ ਗਏ, ਫਹਾਬੀ ਉੱਥੋਂ ਚਲਾ ਗਿਆ। ਇਹ ਲੋਕ ਗਾਥਾ ਈਰਾਨ ਦੀ ਮਸ਼ਹੂਰ ਹੈ। ਗੁਰੂ ਨਾਨਕ ਸਾਹਿਬ ਦੇ ਨਾਲ ਵੀ ਇੱਕ ਰਬਾਬੀ ਸੀ, ਜਿਹਦੀ ਰਬਾਬ ਦੇ ਵਿੱਚ ਇੱਕ ਚੌਥਾ ਪਰਦਾ ਸੀ, ਜਿਸ ਦੇ ਨਾਲ ਉਹ ਅਨਾਹਦ ਧੁਨ ਦੇ ਨਾਲ ਬੰਦੇ ਨੂੰ, ਉਸ ਦੀ ਸੁਰਤ ਨੂੰ ਉਸ ਰੱਬੀ ਸੁਰਤ ਨਾਲ ਜੋੜ ਦਿੰਦਾ ਸੀ। ਇਹ ਚੌਥਾ ਪਰਦਾ ਸੀ। ਇਸ ਤੋਂ ਪਹਿਲਾਂ ਸੰਗੀਤ ਜਿਹੜਾ ਕੇਵਲ ਬਾਜ਼ਾਰੂ ਔਰ ਕੋਠਿਆਂ ਦੇ ਉੱਤੇ ਹੋਣ ਕਰਕੇ, ਉਸ ਦੇ ਗਲਤ ਇਸਤੇਮਾਲ ਕਰਕੇ ਇਸ ਨੂੰ ਹਰਾਮ, ਮੌਸੀਕੀ ਨੂੰ ਹਰਾਮ ਕਰਾਰ ਦਿੱਤਾ ਗਿਆ ਸੀ, ਜਿਸ ਦੇ ਕਰਕੇ ਔਰੰਗਜ਼ੇਬ ਨੇ ਇਹ ਕਿਹਾ ਕਿ ਸਾਰੇ ਮਿਊਜ਼ਿਕ ਬਿਲਕੁਲ ਬੰਦ ਕਰ ਦਿੱਤਾ ਜਾਏ, ਮੌਸੀਕੀ ਬੰਦ ਕਰ ਦਿੱਤੀ ਜਾਏ। ਤਾਂ ਕਾਫੀ ਲੋਕ ਕਾਫੀ ਸਾਜ਼ ਇਕੱਠੇ ਕਰਕੇ ਲਿਜਾ ਰਹੇ ਸਨ ਕਿ ਜਿਵੇਂ ਕੋਈ ਜਨਾਜ਼ਾ ਜਾ ਰਿਹਾ ਹੈ। ਔਰੰਗਜ਼ੇਬ ਨੇ ਪੁੱਛਿਆ ਸੀ ਇਹ ਕਿੱਥੇ ਜਾ ਰਹੇ? ਕਹਿਣ ਲੱਗੇ ਹਜ਼ੂਰ, ਜਦੋਂ ਇੱਥੇ ਮੌਸੀਕੀ ਬੰਦ ਹੋ ਗਈ, ਸੰਗੀਤ ਬੰਦ ਹੋ ਗਿਆ, ਅਸੀਂ ਇਸ ਨੂੰ ਦਫਨਾਉਣ ਜਾ ਰਹੇ ਹਾਂ। ਔਰੰਗਜ਼ੇਬ ਨੇ ਜਵਾਬ ਦਿੱਤਾ ਸੀ, ਇਸ ਨੂੰ ਜ਼ਿਆਦਾ ਡੂੰਘਾ ਦਫਨਾਣਾ ਤਾਂ ਕਿ ਬਾਹਰ ਨਾ ਆ ਸਕੇ। ਚੀਜ਼ ਮਾੜੀ ਨਹੀਂ ਹੁੰਦੀ, ਉਸ ਦੀ ਵਰਤੋਂ ਮਾੜੀ ਹੁੰਦੀ ਹੈ। ਸੰਗੀਤ ਦੇ ਵਿੱਚ ਬਹੁਤ ਨਾਮ ਹਨ ਔਰ ਜਿਨ੍ਹਾਂ ਨੇ ਰੱਬੀ ਇਸ਼ਕ ਦੇ ਨਾਲ, ਉਹਨਾਂ ਨੇ ਇਸ਼ਕੇ ਮਜਾਜ਼ੀ ਤੋਂ ਇਸ਼ਕੇ ਹਕੀਕੀ ਵੱਲ ਲੈ ਜਾ ਕੇ ਰੱਬ ਦੇ ਨਾਲ ਜੋੜ ਦਿੱਤਾ। ਪਰ ਜਦੋਂ ਸਰੀਰ ਕਮਜ਼ੋਰ ਹੋਏ, ਉਹਦੇ ਵਿੱਚ ਫਿਰ ਕਈ ਅਲਾਮਤਾਂ ਆ ਜਾਂਦੀਆਂ ਹਨ। ਬਿਲਕੁਲ ਇਸੇ ਤਰਜ਼ ਦੇ ਉੱਤੇ ਹਾਰਡਕੋਰ ਨਾਂ ਦੀ, ਜਿਸ ਦਾ ਜਨਮ ਸਿੱਖ ਘਰਾਣੇ ਵਿੱਚ ਹੋਇਆ, ਉਸਨੇ ਚੰਡੀਗੜ੍ਹ ਦੇ ਵਿੱਚ ਆ ਕੇ ਆਪਣਾ ਮਿਊਜ਼ਿਕ, ਸੰਗੀਤ ਕਹਿਣਾ ਵੀ ਉਹ ਸ਼ਰਮਨਾਕ ਹੈ, ਜਿਸ ਤਰੀਕੇ ਦੇ ਨਾਲ ਉਸਨੇ ਆਪਣਾ ਪ੍ਰਦਰਸ਼ਨ ਕੀਤਾ ਔਰ ਸ਼ਰੇਆਮ ਗਾਲਾਂ ਕੱਢੀਆਂ ਔਰ ਦਰਬਾਨ ਨੂੰ ਦੇਖ ਕੇ ਕਹਿਣ ਲੱਗੀ ਕਿ ਇਹ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਵਰਗਾ ਲੱਗ ਰਿਹਾ ਹੈ। ਔਰ ਇਸ ਦੇ ਇਲਾਵਾ ਉਸਨੇ ਬਹੁਤ ਗੰਦੀਆਂ ਗਾਲਾਂ ਵੀ ਕੱਢੀਆਂ ਔਰ ਸਿੱਖੀ ਦਾ, ਦਸਤਾਰ ਦਾ ਔਰ ਕੇਸਾਂ ਦਾ ਔਰ ਕਕਾਰਾਂ ਦਾ ਮਜ਼ਾਕ ਵੀ ਉਡਾਇਆ। ਕੁਝ ਦਿਨ ਪਹਿਲੇ ਚੰਡੀਗੜ੍ਹ ਦੀ ਹਾਈ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਕਿ ਤੁਸੀਂ ਕਿਉਂ ਨਹੀਂ ਉਸ ਹਨੀ ਸਿੰਘ, ਜਿਸ ਨੇ ਗੰਦੇ ਗੀਤ ਗਾਏ ਹਨ, ਰੁਕਾਵਟ ਲਾਈ। ਤਾਂ ਸਰਕਾਰ ਹਰਕਤ ਵਿੱਚ ਆਈ। ਹੁਣ
ਇਹ ਨਵਾਂ, ਯਾਨੀ ਕਿ ਉਹ ਸ਼ਾਇਦ ਕੌਮ ਦਾ ਮਾਦਾ ਚੈੱਕ ਕਰ ਰਹੇ ਹਨ ਕਿ ਇਹਨਾਂ ਵਿੱਚ ਜਾਨ ਬਾਕੀ ਹੈ ਜਾਂ ਇਹ ਸਰੀਰ ਮੁਰਦਾ ਹੈ। ਭੁਪਿੰਦਰ ਕੌਰ ਜੀ ਇਸ ਸਾਰੇ ਮਸਲੇ ਬਾਰੇ ਸਾਡੇ ਨਾਲ ਗੱਲਬਾਤ ਕਰਨਗੇ, ਕਿਉਂਕਿ ਇਹਨਾਂ ਦਾ ਵਿਸ਼ਾ ਹੈ ਔਰ ਇਹਨਾਂ ਤੋਂ ਚੰਗੇ ਤਰੀਕੇ ਨਾਲ ਕੋਈ ਨਹੀਂ ਸਾਨੂੰ ਇਸ ਸਾਰੇ ਵਿਸ਼ੇ ਬਾਰੇ ਦੱਸ ਸਕਦਾ, ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ। ठीक है, बैकग्राउंड सारी ਦੱਸ ਦਿੱਤੀ है ना दोनों में के। ਵਕਫੇ ਦੇ ਬਾਅਦ ਤੁਹਾਡਾ ਨਿੱਘਾ ਸਵਾਗਤ ਹੈ। ਭੁਪਿੰਦਰ ਜੀ, ਤੁਸੀਂ ਇਸ ਪ੍ਰੋਗਰਾਮ ਵਿੱਚ ਆਏ ਹੋ ਤੇ ਇਹ ਜੋ ਕੁਝ ਹੋ ਰਿਹਾ ਹੈ, ਜੋ ਕੁਝ ਹੁੰਦਾ ਪਿਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿ ਇਹ ਸਾਡੀ ਜ਼ਮੀਰ ਖਤਮ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਆ ਕੇ ਜਿਹਦੇ ਬਾਰੇ ਕਹਿੰਦੇ ਪੰਜਾਬ ਜੀਂਦਾ ਗੁਰਾਂ ਦੇ ਨਾਂ ਤੇ, ਉਸ ਧਰਤੀ ਦੇ ਉੱਤੇ ਆ ਕੇ ਸਿੱਖਾਂ ਦਾ, ਸਿੱਖੀ ਸਰੂਪ ਦਾ, ਗੁਰੂ ਸਾਹਿਬਾਨ ਦਾ ਔਰ ਇੰਨੀ ਭੱਦੀ ਸ਼ਬਦਾਵਲੀ ਵਿੱਚ ਪ੍ਰਦਰਸ਼ਨ ਔਰ ਇਤਨਾ ਕੁਝ ਬੋਲ ਦੇਣਾ, ਔਰ ਫਿਰ ਕਿਸੇ ਕੌਮੀ ਤੌਰ ਦੇ ਉੱਤੇ ਸਾਡੇ ਕਿਸੇ ਆਗੂ ਦਾ ਮੇਰਾ ਖਿਆਲ ਨਹੀਂ ਕਿ ਅਜੇ ਤੱਕ ਕੋਈ ਬਿਆਨ ਵੀ ਆਇਆ। ਕੋਰਟਾਂ, ਅਦਾਲਤਾਂ, ਦੂਜੇ ਪੱਖ ਉਸ ਦਾ ਜ਼ਰੂਰ ਨੋਟਿਸ ਲੈਂਦੇ ਹੈ, ਪਰ ਸਾਡੇ ਵੱਲੋਂ ਕੁਝ ਨਾ ਹੋਣਾ, ਇਹ ਤੁਸੀਂ ਸਾਰੇ ਸਿਨੈਰੀਓ ਨੂੰ ਕਿਵੇਂ ਮਹਿਸੂਸ ਕਰਦੇ ਹੋ? ਦੇਖੋ, ਜਿਹੜਾ ਅੱਜ ਕੱਲ ਐਂਟਰਟੇਨਮੈਂਟ ਦਾ ਦੌਰ ਚੱਲਿਆ ਹੋਇਆ ਹੈ ਔਰ ਐਂਟਰਟੇਨਮੈਂਟ ਔਰ ਫਨ ਦੇ ਨਾਂ ਤੇ ਇਹ ਕੁਝ ਵੀ ਔਰ ਬੇਹਯਾਈ ਹੋਵੇ, ਭੈੜੀ ਸ਼ਬਦਾਵਲੀ ਹੋਵੇ, ਬੋਲ ਬਾਣੀ ਤੇ ਧਿਆਨ ਨਾ ਕਰਨਾ, ਪਰ ਸਿਰਫ ਦੇਖਣਾ ਕਿ ਐਂਟਰਟੇਨਮੈਂਟ ਕਿਵੇਂ ਹੋਵੇ, ਉਹ ਇੱਕ ਬਹੁਤ ਹੀ ਕੀ ਕਹਿੰਦੇ ਸ਼ਰਮਿੰਦਗੀ ਦੀ ਗੱਲ ਹੈਗੀ ਹੈ। ਸਪੈਸ਼ਲੀ ਜਦ ਸਾਡੇ ਸਿੱਖ ਧਰਮ ਤੇ ਸਿੱਖੀ ਦੇ ਉੱਤੇ ਆ ਕੇ ਉਹਨੇ ਸਿੱਧਾ ਟੀਚਰ ਕੀਤਾ ਹੋਵੇ, ਅਸੀਂ ਉਹਨੂੰ ਚੁੱਪਚਾਪ ਸਹੀਏ ਔਰ ਉਹਨੇ ਬਸ ਇੱਕ ਮਾਫੀ ਨਾ ਦੀ ਜਿਹੜੀ ਕਹਿ ਦਿੱਤੀ ਹੈਗੀ ਹੈ, ਉਸ ਦੇ ਨਾਂ ਤੇ ਉਹਨੂੰ ਜਾਣ ਦਈਏ, ਇਹ ਗੱਲ ਕਿੱਥੇ ਤੱਕ ਐਕਸੈਪਟੇਬਲ ਹੈਗੀ ਹੈ? ਮੈਨੂੰ ਤਾਂ ਸਮਝ ਨਹੀਂ ਆਉਂਦੀ ਅਸੀਂ ਕਿਸ ਵੱਲ ਜਾ ਰਹੇ ਹਾਂ। ਨੌਜਵਾਨ ਪੀੜ੍ਹੀ ਜਿਹੜੀ ਨਵੀਂ ਪਨੀਰੀ ਹੈਗੀ ਹੈ ਜੋ ਤਿਆਰ ਕਰਨੀ ਹੈ, ਉਹਨੂੰ ਅਸੀਂ ਕਿਹੋ ਜਿਹੇ ਸੰਸਕਾਰ ਅਸੀਂ ਅੱਗੇ ਦੇ ਰਹੇ ਹਾਂ, ਇਹ ਸੋਚਣ ਵਾਲੀ ਗੱਲ ਹੈ। ਨਹੀਂ, ਇਹ ਫਿਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਗੁਰੂ ਸਾਹਿਬ ਨੇ ਤਾਂ ਜਿਸ ਤਰ੍ਹਾਂ ਦਿੱਤਾ ਸਾਨੂੰ ਕਿ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਨੀਂਦ ਨਾ ਗੀਤ ਨਾ ਧੁਨ ਗਾਵਤ, ਹੈ ਨਾ, ਤੇ ਬੋਲਤ ਬੋਲ ਅਜਾਏ, ਹੇ ਵਾਹਿਗੁਰੂ ਮੇਰੇ ਕੰਨਾਂ ਵਿੱਚ ਵੀ ਕੋਈ ਐਸੇ ਬੋਲ ਨਾ ਪਾਈ। ਜਿੱਥੇ ਸ਼ੁਰੂਆਤ ਇਸ ਕਿਸਮ ਦੀ ਦਿੱਤੀ ਜਾਂਦੀ ਹੈ, ਉੱਥੇ ਉਹ ਕਿਹੜੀ ਲੋਕ ਹਨ ਜਿਹੜੇ ਉੱਥੇ ਜਾਂਦੇ ਹੈ, ਔਰ ਦੂਸਰੇ ਕੀ ਅਗਰ ਇਸ ਨੂੰ ਫਿਰ ਖੁੱਲ੍ਹੇਆਮ ਇਸ ਤਰ੍ਹਾਂ ਦਾ ਪ੍ਰਦਰਸ਼ਨ ਹੋਏਗਾ ਤਾਂ ਕਿਵੇਂ ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਕੀ ਰੋਕਿਆ ਜਾ ਸਕੇਗਾ? ਤੁਹਾਨੂੰ ਲੱਗਦਾ ਹੈ? ਇਹ ਤੁਸੀਂ ਬਹੁਤ ਚੰਗਾ ਪੁਆਇੰਟ ਚੁੱਕਿਆ ਹੈਗਾ ਜੀ ਕਿ ਇਹੋ ਜਿਹੀ ਪਰਫਾਰਮੈਂਸ ਤੋਂ ਬਾਅਦ ਉਹਨੂੰ ਹੋਰ ਪਰਫਾਰਮੈਂਸ ਕਰਨ ਦੀ ਇਜਾਜ਼ਤ ਦੇਣਾ ਜਾਂ ਅੱਗੇ ਉਹਨੂੰ ਅਸੈਪਟ ਕਰਨਾ। ਯੂਕੇ ਤੋਂ ਆਈ ਹੈ, ਉਹਦੀ ਆਡੀਅנס ਜਿਹੜੀ ਹੈਗੀ ਹੈ, ਸਰੋਤੇ ਨੇ, ਹੈ ਨਾ, ਦਰਸ਼ਕ ਨੇ, ਉਹ ਸਾਰੇ ਦੇਸੀ ਜਾਂ ਪੰਜਾਬੀ ਨੇ, ਠੀਕ ਹੈ। ਤਰਨ ਕੌਰ ਢਿੱਲੋਂ ਪੰਜਾਬੀਆਂ ਦੀ ਕੁੜੀ ਹੋਵੇ ਤੇ ਉਹ ਨਸ਼ੇ ਦੀ ਹਾਲਤ ਵਿੱਚ ਪਰਫਾਰਮੈਂਸ ਦੇਵੇ, ਉਹ ਤੋਂ ਦੀ ਇਹੋ ਜਿਹੀ ਬੇਹਾਈ ਵਾਲੀ ਸ਼ਬਦਾਵਲੀ ਵਰਤੇ, ਅਸੀਂ ਇਹ ਕਿਵੇਂ ਅਸੈਪਟ ਕਰ ਸਕਦੇ ਹਾਂ? ਜਦ ਉੱਥੇ ਜਿਹੜੇ ਮੌਜੂਦ ਸੀ ਉਹਨਾਂ ਨੇ ਉੱਥੇ ਹੀ ਕਿਉਂ ਨਹੀਂ ਸ਼ੋਅ ਨੂੰ ਰੋਕਿਆ? ਉੱਥੇ ਤੇ ਚੰਡੀਗੜ੍ਹ ਦੇ ਵਿੱਚ ਪਰਫਾਰਮੈਂਸ ਸੀ, ਲਾਜ਼ਮੀ ਹੈ ਕਿ ਉੱਥੇ ਸਿੱਖ ਵੀ ਹੋਣਗੇ, ਪੰਜਾਬੀ ਵੀ ਹੋਣਗੇ, ਹੈਗੇ ਸੀ, ਹੈ ਨਾ, ਹੋਣਗੇ ਨਹੀਂ ਹੈਗੇ ਸੀ, ਹਾਂਜੀ, ਠੀਕ ਹੈ। ਉਹਨਾਂ ਦਾ ਉੱਥੇ ਰੋਕਣਾ ਬਣਦਾ ਸੀ, ਠੀਕ ਹੈ ਨਾ। ਹੁਣ ਪੰਜਾਬੀ ਗਾਇਕੀ ਦੀ ਗੱਲ ਕਰੀਏ, ਇਹ ਕੋਈ ਨਵੀਂ ਗੱਲ ਤੇ ਨਹੀਂ ਹੈਗੀ ਕਿ ਪੰਜਾਬੀ ਫੀਮੇਲ ਸਿੰਗਰ ਜਿਹੜੀ ਅੱਗੇ ਆਈਆਂ ਨੇ, ਹੈ ਨਾ, ਫਰਸਟ ਇੰਡੀਅਨ ਰੈਪਰ ਹੋਏਗੀ, ਪਰ ਅਸੀਂ ਪੰਜਾਬੀ ਗਾਇਕੀ ਵਿੱਚ ਸੁਰਿੰਦਰ ਕੌਰ ਜੀ ਦਾ ਨਾਂ ਲੈਂਦੇ ਹਾਂ ਬੜੇ ਅਦਬ ਦੇ ਨਾਲ, ਡੋਲੀ ਗੁਲੇਰੀਆ ਜੀ, ਅੱਜ ਜਸਪਿੰਦਰ ਨਰੂਲਾ, ਅਮਨ ਨੂਰੀ, ਇਹਨਾਂ ਨੇ ਆਪਣਾ ਇੱਕ ਲੈਵਲ ਬਣਾ ਕੇ ਰੱਖਿਆ ਹੈ। ਉਸ ਪੰਜਾਬੀ ਗਾਇਕੀ ਜਾਂ ਇੰਡੀਅਨ ਗਾਇਕੀ ਦੇ ਵਿੱਚ ਸਟੇਜ ਪਰਫਾਰਮੈਂਸ ਤੇ ਤੁਸੀਂ ਇਹ ਕਿਸ ਤਰ੍ਹਾਂ ਦੀ ਹਰਕਤਾਂ ਕਰ ਸਕਦੇ ਹੋ? ਉਹਦੀ ਐਕਸੈਪਟੈਂਸ ਹੈ? ਇਸ ਤੇ ਹੁਣ ਤੱਕ ਕਿਉਂ ਨਹੀਂ
ਕੁਝ ਕੀਤਾ ਗਿਆ, ਮਤਲਬ ਧਰਮ ਦੇ ਜਿਹੜੇ ਪਹਿਰੇਦਾਰ ਨੇ ਉਹ ਕਿੱਥੇ ਸੁੱਤੇ ਪਏ ਨੇ। ਇਹ ਬਹੁਤ ਸੋਚਣ ਵਾਲੀ ਗੱਲ ਹੈ। ਤੁਸੀਂ ਉੱਥੇ ਜਰਨਲਿਸਟ ਰਹੇ ਹੋ, ਚੰਡੀਗੜ੍ਹ ਦੇ ਵਿੱਚ ਕੰਮ ਕਰ ਚੁੱਕੇ ਹੋ, ਤੁਹਾਡਾ ਇਹਨਾਂ ਨਾਲ ਵਾਹ ਪੈਂਦਾ, ਤੁਹਾਨੂੰ ਕੀ ਲੱਗਦਾ ਹੈ ਇਹ ਸੋਚ ਨੂੰ ਲਕਵਾ ਕਿਉਂ ਮਾਰਿਆ ਹੋਇਆ? ਦੇਖੋ, ਚੰਡੀਗੜ੍ਹ ਦੀ ਗੱਲ ਕਰੀਏ, ਸਭ ਜਗ੍ਹਾ ਅੱਜਕੱਲ ਗਲੋਬਲਾਈਜੇਸ਼ਨ ਹੋ ਰਹੀ ਹੈ, ਠੀਕ ਹੈ। ਗਲੋਬਲਾਈਜੇਸ਼ਨ ਦੇ ਨਾਲ ਨਾਲ ਜਿਹੜਾ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈਗਾ ਕਿ ਨਵਾਂ ਵੈਸਟਰਨ ਕੁਝ ਸੁਣਨ ਨੂੰ ਮਿਲੇ, ਕੁਝ 뮤직 ਉਸ ਤਰ੍ਹਾਂ ਦਾ ਹੋਵੇ, ਉਹਨੂੰ ਗਲੋਬਲਾਈਜੇਸ਼ਨ ਕਰ ਦਿੰਦੇ ਨੇ ਆ ਲੋਕ ਕਿ ਚਲੋ ਪੰਜਾਬੀ ਜਾਂ ਹਿੰਦੀ ਬੋਲਨੇ ਤੇ ਉਹਦਾ 뮤직 ਰੈਪ ਕਰਤਾ, ਠੀਕ ਹੈ ਨਾ। ਪਰ ਉਹੀ ਗੱਲ ਹੈਗੀ ਹੈ ਕਿ ਬੜੀ ਖੋਖਲੀ ਸਾਡੀ ਜਿਹੜੀ ਹੈਗੀ ਹੈ ਸੱਭਿਆਚਾਰਕ ਸੋਚ ਹੁੰਦੀ ਜਾ ਰਹੀ ਹੈ। ਇਸ ਨਾਲ ਤੇ ਇਹੀ ਪਤਾ ਚੱਲ ਰਿਹਾ ਨਹੀਂ, ਪਰ ਜਿਵੇਂ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖੋ, ਕੋਈ ਇਹ ਗੱਲ ਤੇ ਹੈ ਨਹੀਂ ਕਿ ਉੱਥੇ ਵੱਡੇ ਵੱਡੇ ਸਿੰਗਰ ਬੈਠੇ ਨੇ, ਠੀਕ ਹੈ। ਹਰਭਜਨ ਮਾਨ, ਜਿਵੇਂ ਮੈਂ ਗੱਲ ਕਰੀ ਸੀ, ਡੋਲੀ ਗੁਲੇਰੀਆ ਜੀ, ਇਹ ਸਾਰੇ ਉੱਥੇ ਹੀ ਬੈਠੇ ਨੇ। ਜੀ ਜੀ। ਤੇ ਉੱਥੇ ਇੱਕ ਤਰ੍ਹਾਂ ਦਾ ਜਿਹੜਾ ਕਲਚਰਲ ਮਿਕਸ ਹੈਗਾ ਉਹ ਬਹੁਤ ਸੋਹਣਾ ਹੈਗਾ। ਕੋਈ ਅਸੀਂ ਸ਼ਹਿਰ ਨੂੰ ਨਹੀਂ ਅਸੀਂ ਕੁਝ ਕਹਿ ਸਕਦੇ, ਪਰ ਹਾਂ ਹੁਣ ਹਾਰਡਕੋਰ ਦਾ ਕੀ ਸਪੈਸੀਫਿਕ ਆਡੀਅנס ਰਿਹਾ ਹੈ ਉਹ ਸਾਨੂੰ ਸਭ ਨੂੰ ਹੀ ਪਤਾ ਹੈ। ਤੁਸੀਂ ਦੇਖੋ, ਉਹਨੇ ਪਰਫਾਰਮੈਂਸ ਦੇ ਦੌਰਾਨ ਜਦ ਸਿੰਘ ਇਜ਼ ਕਿੰਗ ਕਿਹਾ, ਇੱਕ ਬੰਦੇ ਨੇ ਉਹਦੇ ਕੀ ਉਹਦਾ ਫੈਨ ਹੈਗਾ ਉਸ ਗਾਣੇ ਦਾ, ਉਸ ਤੋਂ ਜਰਾ ਜਿਹਾ ਵੀ ਕੰਪੀਟੀਸ਼ਨ ਬਰਦਾਸ਼ਤ ਨਹੀਂ ਹੋਇਆ। ਆਰਡੀਬੀ ਦੀ ਉਸ ਤੋਂ ਸਰਾਹਨਾ ਬਰਦਾਸ਼ਤ ਨਹੀਂ ਹੋਈ। ਇਹ ਦੱਸਦਾ ਕਿ ਕਿਸ ਤਰ੍ਹਾਂ ਦੀ ਉਹਦੀ ਸੋਚ ਹੈਗੀ ਹੈ। ਜਦ ਕਿ ਪੰਜਾਬੀ ਗਾਇਕ ਨੇ ਜਾਂ ਇੰਡੀਅਨ ਗਾਇਕ ਨੇ ਉਹ ਆਪਸ ਵਿੱਚ ਬੜੇ ਰਲ ਮਿਲ ਕੇ ਰਹਿੰਦੇ ਨੇ। ਭੁਪਿੰਦਰ ਜੀ, ਇਹ ਦੱਸੋ ਕਿ ਜਿਹੜੀ ਬੜੀ ਛੋਟੇ ਜਿਹੇ ਮੈਂ ਤੁਹਾਡੇ, ਕਿਉਂਕਿ ਤੁਸੀਂ ਇਹਦਾ ਜਵਾਬ ਦੇ ਸਕਦੇ ਹੋ, ਮੈਂ ਸੁਣਿਆ, ਦੇਖਿਆ, ਪੜ੍ਹਿਆ ਕਿ ਪਹਿਲੇ ਜਦੋਂ ਧੀ ਜੰਮਦੀ ਸੀ ਤੇ ਉਹਨੂੰ ਉਸੇ ਵੇਲੇ ਤਿਆਰੀ ਕਰਕੇ ਜਿਹੜੀ ਮਾਂ ਸੀ ਉਹ ਬਾਗ ਜਾਂ ਫੁਲਕਾਰੀ ਸ਼ੁਰੂ ਕਰ ਦਿੰਦੀ ਸੀ, ਔਰ ਉਸ ਧੀ ਨੂੰ ਦੇ ਕੇ ਕਿ ਤੂੰ ਕਿਧਰੇ ਨੂੰਹ ਬਣਨਾ ਹੈ, ਫਿਰ ਨੀ ਬਣਨਾ ਹੈ, ਉਸ ਘਰ ਦੀ, ਉਸ ਪਰਿਵਾਰ ਦੇ ਨਾਲ ਜੁੜਨਾ ਹੈ। ਤੁਹਾਨੂੰ ਲੱਗਦਾ ਹੈ ਕਿ ਕਿਧਰੇ ਇਸ ਪਰੰਪਰਾ ਦੇ ਵਿੱਚ ਇਹ ਤਰੇੜ ਆ ਗਈ ਹੈ ਜਿਹਦੇ ਕਰਕੇ ਇਹ ਸਾਰਾ ਬਿਖਰਾ ਹੋ ਰਿਹਾ ਹੈਗਾ? ਦੇਖੋ, ਕੁਝ ਹੱਦ ਤੱਕ ਮੈਂ ਤੁਹਾਡੇ ਨਾਲ ਸਹਿਮਤ ਹਾਂ। ਹੋ ਸਕਦਾ ਹੈ ਕਿ ਨਵੀਆਂ ਜਿਹੜੀਆਂ ਸਿਟੀਜ਼ ਆ ਰਹੀਆਂ ਨੇ ਜਿੱਥੇ ਕਿ ਤੁਹਾਡਾ ਨਵੀਂ ਅਪਕਮਿੰਗ ਸਿਟੀਜ਼ ਨੇ, ਉੱਥੇ ਦਾ ਵਿਰਸਾ ਬਹੁਤ ਪੁਰਾਣਾ ਨਹੀਂ ਹੈਗਾ, ਠੀਕ ਹੈ। ਅਸੀਂ ਇੰਨੀ ਅੱਛੀ ਤਰ੍ਹਾਂ ਨਾਲ ਨਹੀਂ ਜੁੜੇ ਹੋਏ ਜਿਵੇਂ ਕਿ ਬਾਹਰ ਹੈਗੇ ਆ, ਬਾਹਰ ਬੈਠੇ ਆ ਅਸੀਂ ਸਾਡੇ ਇੱਥੇ। ਪਰ ਫਿਰ ਵੀ ਜਿਹੜੇ ਸਾਂਭਣ ਵਾਲੇ ਨੇ ਸਾਂਭ ਰਹੇ ਨੇ। ਪਰ ਹਾਂ, ਵੈਸਟਰਨਾਈਜੇਸ਼ਨ ਦੇ ਨਾਂ ਤੇ ਅਸੀਂ ਕਹਿੰਦੇ ਆ ਕਿ ਚਲੋ ਜੀ ਪਹਿਲੇ ਬੇਬੀ ਸ਼ਾਵਰ ਕਰ ਦਈਏ, ਇਹ ਸਭ ਤੇ ਬਾਅਦ ਵਿੱਚ ਕਰਾਂਗੇ, ਠੀਕ ਹੈ। ਬੱਚਾ ਆਇਆ ਹੈ, ਪਹਿਲੇ ਇੱਕ ਪਾਰਟੀ ਕਰ ਦਈਏ, ਅਸੀਂ ਅਖੰਡ ਪਾਠ ਤੇ ਬਾਅਦ ਵਿੱਚ ਰਖਵਾਵਾਂਗੇ। ਮੇਰੇ ਦੋਸਤ ਹੈ, ਉਹਨਾਂ ਨੇ ਇੱਕ ਲਾਈਨ ਲਿਖੀ ਸੀ, ਲੱਖਾਂ ਲਾਣ ਲੀੜਿਆਂ ਉੱਤੇ ਨੰਗ ਲਫੰਗੇ। ਸੋ ਤੁਹਾਡੇ ਲਈ ਇੱਕ ਫੋਨ ਹੈ, ਤੁਸੀਂ ਜ਼ਰੂਰ ਜਵਾਬ ਦਿਓ। ਹੈਲੋ, ਹਾਂਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ ਤੇ ਤੁਹਾਡਾ ਸੁਨੇਹਾ ਆਏਗਾ। ਹੈਲੋ, ਹਾਂਜੀ ਹਾਂਜੀ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋ ਜੀ। ਮੈਂ ਸਾਰੀ ਮੰਗ ਰਹਾ ਜੀ, ਮੈਂ ਆਪਣਾ ਫੋਨ ਲੁਕੋ ਕੇ ਰੱਖਿਆ ਹੋਇਆ ਸੀ ਤਾਂ ਕਿ ਕੌਣ, ਕਿੱਥੋਂ ਬੋਲ ਰਹੇ, ਕਿੱਥੋਂ ਬੋਲ ਰਹੇ, ਕੌਣ ਬੋਲ ਰਹੇ ਜੀ? ਮੈਂ ਰਾਜਕੁਮਾਰ ਵਾਸ਼ਿੰਗਟਨ ਡੀਸੀ ਤੋਂ ਬੋਲ ਰਿਹਾ ਜੀ ਜੀ, ਰਾਜਕੁਮਾਰ ਜੀ, ਜੀ ਆਇਆਂ ਨੂੰ। ਹਾਂਜੀ, ਦੱਸੋ ਤੁਸੀਂ। ਜੀ ਤੇ ਭੈਣ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਤੁਹਾਡਾ ਬਹੁਤ ਚਿੱਤ ਸੁਣ ਰਿਹਾ ਪ੍ਰੋਗਰਾਮ ਇਹ, ਤੇ ਮੈਂ ਕਹਿੰਦਾ ਕਿ ਉਹ ਜਿਹੜੇ ਲੈਕਚਰ ਜਿਹੜੇ ਗੀਤ ਗਾਉਣ ਵਾਲੇ ਆ ਉਹਨਾਂ ਵਾਸਤੇ ਤਾਂ ਕੋਈ ਕਾਨੂੰਨ ਜੇ ਗਵਰਨਮੈਂਟ ਬਣਾਵੇ ਤਾਂ ਬਹੁਤ ਵਧੀਆ ਗੱਲ ਆ। ਤੇ ਜੇ ਕਾਨੂੰਨ ਨਹੀਂ ਬਣ ਸਕਦਾ ਤਾਂ ਸਾਡੇ ਸਮਾਜ ਵੱਲੋਂ ਇੰਨੀ ਵੱਡੀ ਵਿਰੋਧਤਾ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਕਿ ਇਹਨਾਂ ਲੈਕਚਰ ਗੀਤਕਾਰਾਂ ਦੇ ਗਾਣੇ ਸੁਣਨ ਤੋਂ ਇੱਕ ਨਾ ਪੱਖੀ ਐਸਾ ਹੁੰਗਾਰਾ ਪੈਦਾ ਕੀਤਾ ਜਾਵੇ ਲੋਕਾਂ ਦੇ ਵਿੱਚ। ਤੇ ਪੰਜਾਬ ਤੋਂ ਸ਼ੁਰੂ ਹੋਵੇ ਤੇ ਮੈਂ ਕਹਿੰਦਾ ਕਿ ਜਿੱਥੇ ਸਾਡੀ ਬੋਲੀ, ਜਿੱਥੇ ਸਾਡੀ ਭਾਸ਼ਾ ਦਾ ਸ਼ੁਰੂਆਤ ਹੈ, ਸਾਡਾ ਮੁੱਢ ਹੈ, ਤੇ ਉੱਥੇ ਮੈਂ ਕਹਾਂਗਾ ਕਿ ਉਹਨਾਂ ਨੂੰ ਪੰਜਾਬੀਆਂ ਨੂੰ ਸਾਨੂੰ ਰਲ ਕੇ ਮਦਦ ਕਰਨੀ ਚਾਹੀਦੀ, ਹੌਸਲਾ ਕਰਨਾ ਚਾਹੀਦਾ ਕਿ ਇਹਨਾਂ ਦੇ ਗੀਤਾਂ ਨੂੰ ਸੁਣਨ ਤੇ ਇੱਕ ਸਮਾਜਿਕ ਤੌਰ ਤੇ ਵਿਰੋਧ ਕੀਤਾ ਜਾਵੇ। ਤੇ ਇਹਨਾਂ ਦੇ ਗਾਣੇ ਸੁਣਾਂਗੇ, ਇਹਨਾਂ ਦੇ ਨਹੀਂ ਟੇਪਾਂ ਮਿਲਣਗੀਆਂ ਜੀ। ਰਾਜਕੁਮਾਰ ਜੀ, ਭੁਪਿੰਦਰ ਜੀ ਤੁਹਾਨੂੰ ਜਵਾਬ ਦੇਣਗੇ, ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ। ਬਹੁਤ ਬਹੁਤ ਧੰਨਵਾਦ ਜੁੜਨ ਲਈ ਜੀ।
ਵਕਫੇ ਦੇ ਬਾਅਦ ਤੁਹਾਡਾ ਨਿੱਘਾ ਸਵਾਗਤ ਹੈ। ਮੇਰੇ ਨਾਲ ਭੁਪਿੰਦਰ ਕੌਰ ਜੀ ਹਾਰਡਕੋਰ ਦੇ ਉਸ ਜੋ ਉਸਨੇ ਆਪਣਾ ਕਰਤੱਵ ਦਿਖਾਇਆ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰ ਰਹੇ ਹਨ। ਹੈਲੋ। ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ? ਮੈਂ ਸੁਖਵੀਰ ਸਿੰਘ ਹੈ ਜੀ, ਸੋ ਮਿਸ਼ੀਗਨ ਤੋਂ ਜੀ ਹਾਂਜੀ, ਦੱਸੋ ਸੁਖਵੀਰ ਜੀ। ਹਾਂਜੀ, ਮੈਂ ਤਾਂ ਇਹੀ ਗੱਲ ਕਹਿਣਾ ਸੀ ਕਿ ਜਦੋਂ ਤੁਸੀਂ ਫਰੀडम ਆਫ ਸਪੀਚ ਦਿੰਦੇ ਆ ਜੀ, ਉੱਥੇ ਫਿਰ ਨੈਗੇਟਿਵ ਗੱਲਾਂ ਵੀ ਸੁਣਨੀਆਂ ਪੈਣਗੀਆਂ ਜੀ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੋਈ ਬੰਦਾ ਨੈਗੇਟਿਵ ਗੱਲ ਨਾ ਕਰੇ ਜੀ। ਸਿਰਫ ਇਹਦਾ ਤਾਂ ਇਲਾਜ ਇੱਕੋ ਹੀ ਹੈ ਕਿ ਇੱਥੇ ਪ੍ਰੈਸ਼ਰ ਗਰੁੱਪ ਬਣਾਏ ਜਾ ਸਕਦੇ ਆ, ਸਾਨੂੰ ਬਣਾਉਣੇ ਚਾਹੀਦੇ ਆ ਜਿਹਦੇ ਨਾਲ ਇਹਨਾਂ ਦੇ ਅਗੇਂਸਟ ਪ੍ਰੋਟੈਸਟ ਵਗੈਰਾ ਕੀਤਾ ਜਾਵੇ, ਇਹਨਾਂ ਨੂੰ ਸਮਝਾਇਆ ਜਾਵੇ ਵੀ ਇਹ ਗੱਲ ਗਲਤ ਹੈਗੀ ਆ ਜੀ। ਕਿਉਂਕਿ ਇੱਥੇ ਵੀ ਹੁਣ ਅਮਰੀਕਾ ਦੇ ਵਿੱਚ ਵੀ ਇੱਥੇ ਐਸੇ ਰੈਪ ਗਰੁੱਪ ਹੈਗੇ ਜਿਹੜੇ ਤੁਸੀਂ ਸੁਣ ਨਹੀਂ ਸਕਦੇ ਉਹਨਾਂ ਨੂੰ। ਜੀ ਜੀ, ਆਰਡੀਨਰੀ ਬੰਦਾ ਨਹੀਂ ਸੁਣ ਸਕਦਾ ਉਹਨਾਂ ਨੂੰ, ਲੇਕਿਨ ਉਹ ਵੀ ਪਪੂਲਰ ਹੋਏ ਆ। ਇਸੇ ਤਰ੍ਹਾਂ ਸਾਡੇ ਮੁਲਕ ਵਿੱਚ ਵੀ ਜਦੋਂ ਫਰੀडम ਆਫ ਸਪੀਚ ਆਏਗੀ, ਫਰੀडम ਆਫ ਮਿਊਜ਼ਿਕ ਆਏਗੀ, ਉੱਥੇ ਵੀ ਤਾਂ ਇਦਾਂ ਦੇ ਨੈਗੇਟਿਵ ਗਰੁੱਪਸ ਬਣਨਗੇ। ਬਾਕੀ ਇਹਦਾ ਜਵਾਬ ਭੁਪਿੰਦਰ ਜੀ ਦੇਣਗੇ। ਮੈਂ ਤਾਂ ਇੱਕ ਗੱਲ ਤੁਹਾਨੂੰ ਕਹਿ ਸਕਦਾ, ਕਿਸੇ ਵੀ ਸਮਾਜ ਵਿੱਚ ਭਾਵੇਂ ਕੋਈ ਵੀ ਮੁਲਕ ਹੈ, ਜਿੰਨਾ ਮਰਜ਼ੀ ਐਡਵਾਂਸ ਹੋ ਜਾਏ, ਇਹ ਬਹੁਤ ਗੰਭੀਰਤਾ ਦੇ ਨਾਲ ਸਮਝਣ ਵਾਲੀ ਗੱਲ ਹੈ। ਫਰੀडम ਆਫ ਸਪੀਚ ਤਾਂ ਹਰ ਵਿਧਾਨ, ਸੰਵਿਧਾਨ, ਕਨਸਟੀਟਿਊਸ਼ਨ, ਆਈਨ ਗਾਰੰਟੀ ਕਰਦਾ ਹੈ, ਪਰ ਫਰੀडम ਆਫਟਰ ਸਪੀਚ ਦੀ ਕੋਈ ਗਾਰੰਟੀ ਨਹੀਂ ਦਿੰਦਾ। ਅਗਰ ਉਹ ਆਪਣੀ ਹੱਦ ਮੰਨੇ ਪਾਰ ਕਰੇਗਾ ਤੇ ਉਸ ਨੂੰ ਉਹ ਫਰੀडम ਆਫ ਸਪੀਚ ਦੇ ਨਾਂ ਥੱਲੇ ਨਹੀਂ ਹੋ ਸਕਦਾ। ਬਾਕੀ ਇੱਥੋਂ ਦੇ ਕਲਚਰ ਔਰ ਪੰਜਾਬ ਦੇ ਕਲਚਰ ਦੇ ਵਿੱਚ ਇਹ ਕਿੱਥੇ ਤੱਕ ਆਜ਼ਾਦੀ ਹੈ, ਭੁਪਿੰਦਰ ਜੀ ਆਪਣੇ ਵਿਚਾਰ ਦੱਸੋ। ਮੈਂ ਬਿਲਕੁਲ ਇਹੀ ਗੱਲ ਕਹਿਣ ਲੱਗੀ ਸੀ ਕਿ ਅਸੀਂ ਅਮਰੀਕਾ ਦੇ ਕਲਚਰ ਨੂੰ ਪੰਜਾਬ ਦੇ, ਇੰਡੀਆ ਦੇ ਕਲਚਰ ਨਾਲ ਜੇ ਤੋਲੀਏ ਤੇ ਉਹ ਤੇ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ। ਹੁਣ ਹਾਰਡਕੋਰ ਦੀ ਜਿਹੜੀ ਆਡੀਅנס ਹੈ ਉਹ ਅਮਰੀਕਨ ਜਾਂ ਯੂਕੇ ਦੀ ਆਡੀਅנס ਤੇ ਨਹੀਂ ਹੈਗੀ। ਨਹੀਂ, ਆਡੀਅנס ਹੈਗੀ, ਪੰਜਾਬੀ ਆਡੀਅנס ਹੈਗੀ ਹੈ ਤੇ ਉਹਨੂੰ ਉਸ ਨੂੰ ਸਮਝਣ ਦੀ ਲੋੜ ਹੈਗੀ ਹੈ। ਜੇ ਨਹੀਂ ਸਮਝਦੀ ਤੇ ਸਮਝਾਉਣ ਦੀ ਲੋੜ ਹੈ। ਇਸ ਗੱਲ ਨਾਲ ਮੈਂ ਤੁਹਾਡੀ ਬਿਲਕੁਲ ਸਹਿਮਤ ਹਾਂ। ਨਹੀਂ, ਤੁਸੀਂ ਮੇਰੇ ਖਿਆਲ ਫੰਡਾਮੈਂਟਲ ਗੱਲ ਨਹੀਂ ਸਮਝ ਰਹੇ। ਫੰਡਾਮੈਂਟਲ ਗੱਲ ਇਹ ਹੈ ਕਿ ਜਦੋਂ ਫਰੀडम ਆਫ ਸਪੀਚ ਹੁੰਦੀ ਆ, ਉਹਦੇ ਵਿੱਚ ਤੁਸੀਂ ਰੋਕ ਟੋਕ ਨਹੀਂ ਕਰ ਸਕਦੇ ਕਿ ਬਈ ਉਹ ਕਿਹੜੀ ਗੱਲ ਕਹਿਣ ਤੇ ਕਿਹੜੀ ਗੱਲ ਨਹੀਂ ਕਹਿਣ। ਹਾਂ, ਇਹ ਜੇ ਤੁਸੀਂ ਕੋਈ ਅਸੂਲ ਬਣਾਓ ਕਿ ਫਰੀडम ਆਫ ਸਪੀਚ ਲਿਮਿਟਡ ਆ, ਇਹ ਤਾਂ ਜਿਵੇਂ ਉਹ ਗੱਲ ਹੈ, ਅੰਗਰੇਜ਼ੀ ਇੱਕ ਕਹਾਵਤ ਹੈਗੀ ਕਿ ਯੂ ਕੈਨੋਟ ਬੀ ਹਾਫ ਪ੍ਰੈਗਨੈਂਟ, ਯੂ ਆਰ ਆਈਦਰ ਪ੍ਰੈਗਨੈਂਟ ਔਰ ਨਾਟ। ਦੇਖੋ ਇਹ ਗੱਲ ਹੈਗੀ ਆ, ਵੈਰੀ ਕੇਅਰਫੁਲੀ, ਯੂ ਕੈਨੋਟ ਪਿਕ ਐਂਡ ਚੂਜ਼ ਲਿਟਲ ਬਿਟ। ਜਦ ਅਸੀਂ ਇਹ ਗੱਲ ਕਰੀਏ ਐਂਟਰਟੇਨਮੈਂਟ ਮੀਡੀਆ ਦੀ, ਐਸੀ ਜਗ੍ਹਾ ਤੇ ਸੈਂਸਰਸ਼ਿਪ ਆਂਦੀ ਹੈਗੀ ਹੈ। ਜੇ ਹਨੀ ਸਿੰਘ ਦੇ ਖਿਲਾਫ ਪੰਜਾਬ ਔਰ ਹਰਿਆਣਾ ਹਾਈ ਕੋਰਟ ਮੁਹਿੰਮ ਸ਼ੁਰੂ ਕਰ ਸਕਦੀ ਹੈਗੀ ਹੈ, ਕਹਿ ਸਕਦੀ ਹੈ ਕਿ ਤੁਸੀਂ ਕੁਝ ਐਕਸ਼ਨ ਲਵੋ ਪੰਜਾਬ ਗਵਰਨਮੈਂਟ ਨੂੰ, ਕਿਹਾ ਉਹਨਾਂ ਨੇ, ਤੇ ਫਿਰ ਹਾਰਡਕੋਰ ਉਹ ਇਸ ਤੋਂ ਕਿਵੇਂ ਕਿਸ ਵੱਖਰੇ ਰੂਲ ਦੇ ਵਿੱਚ ਆਂਦੀ ਹੈ, ਇਹ ਗੱਲ ਸਮਝ ਨਹੀਂ ਆਂਦੀ ਮੈਨੂੰ। ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਕਿਉਂਕਿ ਦੇਖੋ, ਫਰੀडम ਆਫ ਸਪੀਚ ਦੇ ਦਿੰਦਿਆਂ ਹੋਇਆਂ ਨਾਲ ਇਹ ਵੀ ਕਿਹਾ, ਅਗਰ ਕੋਈ ਕਿਸੇ ਧਰਮ ਦੀ ਬੇਇੱਜ਼ਤੀ ਕਰੇ, ਕਿਸੇ ਪ੍ਰੋਫਿਟ ਦੀ ਬੇਇੱਜ਼ਤੀ ਕਰੇ, ਜਾਂ ਉਹਦੇ ਤੇ ਕੋਈ ਐਸੀ ਟੀਕਾ ਟਿੱਪਣੀ ਕਰੇ, ਜਾਂ ਕੋਈ ਵਾਹੀਆਤ ਵਲਗਰ ਅਗਰ ਗੱਲ ਕਰਦਾ ਹੈ, ਉਹਦੇ ਤੇ ਸਾਰੀਆਂ ਧਾਰਾਵਾਂ ਹਰ ਮੁਲਕ ਵਿੱਚ ਲੱਗਦੀਆਂ। ਸੋ ਉਸ ਕਰਕੇ ਉਹ ਫਰੀडम ਆਫ ਸਪੀਚ ਔਰ ਉਹਦੇ ਵਿਚਕਾਰ ਕੋਈ ਵਿਰੋਧਾਭਾਸ ਨਹੀਂ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਹੈਲੋ। ਹਾਂਜੀ ਹਾਂਜੀ ਹਾਂਜੀ, ਹੈਲੋ। ਹਾਂਜੀ ਹਾਂਜੀ, ਹੈਲੋ ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਜੀ ਕੁਲਜੀਤ ਸਿੰਘ ਬੋਲ ਰਿਹਾ ਕੈਨੇਡਾ ਤੋਂ। ਜੀ ਕੁਲਜੀਤ ਸਿੰਘ ਜੀ। ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ। ਜੀ ਜੀ। ਤੇ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਗੁਰੂ ਸਾਹਿਬਾਨ ਲਈ ਕੋਈ ਏਦਾਂ ਦੀ ਸ਼ਬਦਾਵਲੀ ਵਰਤੇ ਜੀ, ਜਾਂ ਏਦਾਂ ਦੀ ਗੱਲ ਕਹੇ, ਪਰ ਦੂਜੇ ਪਾਸੇ ਹੁਣ ਦੁਨੀਆ ਬਦਲ ਰਹੀ ਹੈ। ਇਹ ਤੇ ਗੱਲ ਅਸੀਂ ਪੂਰੀ ਮੰਨਣ ਨੂੰ ਤਿਆਰ ਹਾਂ ਕਿ ਸਾਡੇ ਗੁਰੂ ਸਾਹਿਬਾਨ ਲਈ ਕੋਈ ਵੀ ਲਫ਼ਜ਼ ਵਰਤਿਆ ਜਾਏ ਜੀ, ਪਰ ਹੁਣ ਦੂਜੇ ਪਾਸੇ ਅਸੀਂ ਕੰਟਰੋਲ ਨਹੀਂ ਕਰ ਸਕਦੇ। ਹਾਂਜੀ, ਹੁਣ ਇੱਕ ਜਨਰੇਸ਼ਨ ਗੈਪ ਹੈ, ਦੁਨੀਆ ਅੱਗੇ ਵੱਧ ਰਹੀ ਹੈ। ਹੁਣ ਅਗਰ ਤੁਸੀਂ ਪਾਸਟ ਵੀ ਦੇਖੋ ਤੇ ਜਿੰਨਾ ਇਹ ਗਾਉਣ ਵਾਲਿਆਂ ਨੇ ਸਾਡੇ ਪੰਜਾਬੀ ਨੂੰ ਚੁੱਕਿਆ, ਨਾ ਤਾਂ ਪੰਜਾਬੀ ਸੂਬਾ ਬਣਾਉਣ ਵਾਲੇ ਨੇ ਚੁੱਕਿਆ ਤੇ ਨਾ ਹੀ ਕਿਸੇ ਹੋਰ ਨੇ ਚੁੱਕਿਆ। ਤੇ ਮੇਰੇ ਖਿਆਲ 'ਚ ਸਾਨੂੰ ਵੀ ਸਮਝਣ ਦੀ ਲੋੜ ਹੈ
ਕਿ ਜਿਹੜੀ ਅੱਗੋਂ ਪੀੜ੍ਹੀ ਆ ਰਹੀ ਹੈ, ਅਸੀਂ ਉਹਨਾਂ ਨਾਲ ਕਿਸੇ ਮਿਡਲ ਗਰਾਊਂਡ ਦੇ ਉੱਤੇ ਹੋ ਕੇ ਕਿੱਦਾਂ ਅਸੀਂ ਆਪਣੀ ਜ਼ੁਬਾਨ ਨੂੰ ਵੀ ਸੇਫ ਕਰ ਸਕਦੇ ਹਾਂ। ਤੇ ਹੁਣ ਅਸੀਂ ਬਹੁਤਾ ਕੰਟਰੋਲ ਨਹੀਂ ਕਰ ਸਕਦੇ, ਬਹੁਤੀ ਦੇਰ ਰਹੇਗਾ ਨਹੀਂ ਹੈ, ਚੇਂਜ ਹੋ ਰਿਹਾ, ਸਭ ਕੁਝ ਚੇਂਜ ਹੋ ਰਿਹਾ ਜੀ। ਭੁਪਿੰਦਰ ਜੀ ਕੁਝ ਕਹਿਣਾ ਚਾਹੋਗੇ? ਬਹੁਤ ਤੁਹਾਡਾ ਧੰਨਵਾਦ ਜੀ, ਥੈਂਕ ਯੂ ਜੀ। ਦੇਖੋ ਕੁਲਜੀਤ ਜੀ, ਮੈਂ ਇਸ ਗੱਲ ਤੇ ਇਹ ਕਹਾਂਗੀ ਕਿ ਜੇ ਅਸੀਂ ਗੱਲ ਕਰੀਏ, ਚਲੋ ਉਹਨੇ ਜੋ ਵੀ ਅਪਸ਼ਬਦ ਵਰਤੇ, ਗਾਲਾਂ ਕੱਢੀਆਂ ਸਟੇਜ 'ਤੇ, ਜੋ ਵੀ ਕਿਹਾ, ਉਸ ਨੂੰ ਅਸੀਂ ਚਲੋ ਨਵੀਂ ਪੀੜ੍ਹੀ ਦੀ ਨਵੀਂ ਬੋਲਬਾਣੀ ਨੂੰ ਕਹਿ ਕੇ ਅਸੈਪਟ ਕਰਨ ਦਾ ਦਿਲ ਵੀ ਰੱਖੀਏ, ਪਰ ਜਦ ਗੱਲ ਧਰਮ ਦੀ ਹੋਵੇ, ਸਿੱਖੀ ਦੀ ਹੋਵੇ, ਫਿਰ ਚਾਹੇ ਉਹ ਇੱਕ ਦਰਬਾਨ ਹੋਵੇ ਜਾਂ ਕੋਈ ਵੀ ਇੱਕ ਉੱਚੇ ਪਦ ਤੇ ਬੈਠਿਆ ਸਿੱਖ ਹੋਵੇ, ਉਸ ਨੂੰ ਸੈਲਫ ਰਿਸਪੈਕਟ ਤੇ ਆਪਣੇ ਧਰਮ ਪ੍ਰਤੀ ਪਿਆਰ ਤੇ ਉਹਦੇ ਸਿੱਖੀ ਜਿਹੜੇ ਪੰਜ ਕਕਾਰ ਧਾਰਨ ਕੀਤੇ ਹੋਣ ਜਾਂ ਉਹਨੇ ਸਿੱਖੀ ਰੂਪ ਧਾਰਨ ਕੀਤਾ ਹੋਵੇ, ਉਸ ਤੇ ਟੀਚਰ ਕਰਨ ਦਾ ਹੱਕ ਤੇ ਅਸੀਂ ਕਿਸੇ ਵੀ ਜਨਰੇਸ਼ਨ ਨੂੰ ਨਹੀਂ ਦੇ ਸਕਦੇ ਹੈਗੇ। ਇਹਦੇ ਤੇ ਨਾ ਬੜਾ ਅੱਛਾ ਅਕਬਰ अलाहाबादी ने बहुत साल पहले किया सी, नई तहजीब से हुए इस कदर मुहज्जब के कटी उम्र होटलों में मरे अस्पताल जाकर। तो फिर वो नई तहजीब इत्थे तक ले जाती है। बहुत बहुत धन्यवाद जी। हेलो हेलो हेलो, हाँ जी, कौन बोल रहे, कित्थों बोल रहे? मैं लामा साहब ਨਾਲ ਗੱਲ ਕਰਦੀ जी मैं बोल रहा भैन जी। हाँ जी, कौन बोल रहे हो, कित्थों? ਜੀ। ਸਤਿ ਸ਼੍ਰੀ ਅਕਾਲ ਜੀ, ਸਤਿ- ਮੈਂ ਨਿਊਯਾਰਕ ਤੋਂ ਬੋਲ ਰਹੀ ਹਾਂ। जी भैन जी। ਮੈਨੂੰ ਬੜੇ ਦੁੱਖ ਤੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ जी। ਕਿ ਹਾਰਡਕੋਰ ਨੇ ਤੇ ਜੋ ਕੀਤਾ ਹੀ ਬੁਰੇ ਤੋਂ ਬੁਰਾ ਕੰਮ, ਪਰ ਜਿਹੜੇ ਬੰਦੇ ਉਹਨੂੰ ਸਪੋਰਟ ਕਰ ਰਹੇ ਨੇ जी ਉਹਦੇ, ਮੈਨੂੰ ਉਹਨਾਂ ਦੇ ਉੱਤੇ ਉਸ ਤੋਂ ਵੀ ਜ਼ਿਆਦਾ ਅਫਸੋਸ ਆ ਰਿਹਾ ਹੈ ਕਿ ਉਹ ਵੀ ਇਨਸਾਨੀਅਤ ਤੋਂ ਗਿਰ ਚੁੱਕੇ ਨੇ। ਹਰ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਹੈ, ਹਰ ਧਰਮ ਖੂਬਸੂਰਤ ਹੈ, ਭੈੜਾ ਇੱਕ ਇਨਸਾਨ ਹੋ ਚੁੱਕਾ ਹੈ। ਪਰ ਮੈਂ ਸੋਚਦੀ ਹਾਂ ਕਿ ਉਸ ਕੁੜੀ ਨੂੰ ਸਪੋਰਟ ਕਰਨ ਵਾਲੇ ਉਹ ਕਿੰਨੇ ਕੁ ਸਮਝਦਾਰ ਇਨਸਾਨ ਨੇ ਔਰ ਕੀ ਉਹਨਾਂ ਦੀ ਉਮਰ ਹੈ। ਹਾਂਜੀ, ਮੇਰੀ ਇਸ ਸਮਝ ਤੋਂ ਬਾਹਰ ਹੈ ਕਿ ਉਹਦੇ ਤੇ ਅਫਸੋਸ ਹੈ ਹੀ ਹੈ। ਦੂਜਾ ਅਫਸੋਸ ਉਹਨਾਂ ਲੋਕਾਂ ਦੇ ਉੱਤੇ ਹੈ ਜਿਹੜੇ ਲੋਕਾਂ ਨੇ ਉੱਥੇ ਆਪਣੇ ਕੰਨੀ ਇਹ ਕੁਝ ਸੁਣਿਆ ਤੇ ਆਪਣੀ ਅੱਖੀ ਵੇਖਿਆ। ਮੈਂ ਗੁਰੂ ਮਹਾਰਾਜ ਤੇ ਪਿਆਰ ਸਤਿਕਾਰ ਉਹਨਾਂ ਦੀ ਬਾਣੀ ਦਾ ਹੈ ਹੀ ਹੈ, ਮੈਨੂੰ ਹਰ ਧਰਮ ਦਾ ਸਤਿਕਾਰ ਹੈ, ਪਰ ਅਗਰ ਮੈਂ ਕਿਤੇ ਉੱਥੇ ਹੋ ਜਾਂਦੀ ਤੇ ਪਤਾ ਨਹੀਂ ਮੈਨੂੰ ਕੋਈ ਗੋਲੀ ਨਾਲ ਮਾਰਦਾ ਕਿ ਮੈਂ ਅੰਦਰ ਹੁੰਦੀ, ਮੈਂ ਉਸ ਕੁੜੀ ਦੀ ਇੱਕ ਦੀ ਬਜਾਏ ਸ਼ਾਇਦ ਦੋ ਦੀ ਧੀਆਂ ਕਰਕੇ ਉਹਦੀ ਮਾਂ ਕੋਲ ਭੇਜ ਦਿੰਦੀ। ਮੈਂ UPSC ਕਿਸੇ ਨੇ ਜੌਬ ਕਰਕੇ ਆਈ, ਮੈਂ 29 ਇਅਰਸ ਉੱਥੇ ਵੀ ਕਿਸੇ ਵਾਰ ਇੱਕ ਵਾਰੀ ਸਾਡੇ ਹਰ ਸੈਂਟਰ ਦੇ ਸਾਡੇ ਸਿਟੀ ਵਾਈਜ਼ ਉੱਥੇ ਅਸੀਂ ਰਿਜ਼ਲਟ ਤਿਆਰ ਕਰਦੇ ਸੀ ਤੇ ਕਿਸੇ ਮੁੰਡੇ ਨੇ ਆ ਕੇ ਕਹਿਤਾ ਸੈਕਸ਼ਨ ਦੇ ਵਿੱਚ ਕਿ ਉੱਥੇ ਕੰਪਿਊਟਰ ਤੇ ਕੰਮ ਕਰਕੇ ਆਇਆ ਕਿ ਮੈਂ ਪਟਿਆਲਾ ਦਾ ਸਿੱਖ ਖਤਮ ਕਰ ਆਇਆ, ਪਟਿਆਲਾ ਦਾ ਸੈਂਟਰ ਕਰਕੇ ਆਇਆ। ਤੇ ਮੈਂ ਪਾਣੀ ਲੈਣ ਗਈ ਹੋਈ ਸੀ ਤੇ ਕਿਸੇ ਨੇ ਕਿਹਾ ਅੰਮ੍ਰਿਤ ਦੇ ਸਾਹਮਣੇ ਆ ਕੇ ਆ ਤੂੰ ਗੱਲ ਕਰ ਰਹੀ, ਮਿਸਿਸ ਵਾਨ ਦੇ ਸਾਹਮਣੇ ਕਹਿੰਦੇ, ਉੱਥੇ ਮੈਨੂੰ ਮਿਸਿਸ ਵਾਨ ਬੁਲਾਉਂਦੇ ਸੀ, ਤੇ ਤੈਨੂੰ ਅਸੀਂ ਮੰਨ ਜਾਵਾਂਗੇ। ਮੈਂ ਆਈ ਤੇ ਕਹਿੰਦਾ ਲੈ ਵੀ ਆ ਗਏ ਮਿਸਿਸ ਵਾਨ, ਹੁਣ ਕਹਿ ਕੇ ਦਿਖਾ। ਇੰਨੀ ਗੱਲ ਵੱਧ ਗਈ ਸੀ। ਮੈਂ ਕੁਰਸੀ, ਉਹਨੇ ਕਿਹਾ ਹਾਂ ਮੈਂ ਸਾਰੇ ਪਟਿਆਲਾ ਦੇ ਸਿੱਖ ਮਾਰ ਆਇਆ, ਮੈਂ ਕੁਰਸੀ ਚੁੱਕ ਕੇ ਉਹਦੇ ਉੱਤੇ ਵਗਾ ਮਾਰੀ, ਕੁਰਸੀ ਟੁੱਟ ਗਈ, ਵੱਡੇ ਵੱਡੇ ਅਫਸਰ ਆ ਗਏ, ਇਹ ਗੱਲ ਬੜੀ ਲੰਬੀ ਚੌੜੀ ਹੋ ਗਈ। ਤੇ ਉਹਨੇ ਮੇਰੇ ਵੱਡੇ ਅਫਸਰ ਨੇ ਆ ਕੇ ਮੈਨੂੰ ਕਿਹਾ ਤੇਰੇ ਕੋਲ ਇੱਥੇ ਮਾਫੀ ਮੰਗ ਦਿੰਦਾ, ਛੱਡ ਦੇਂਗੀ ਇਹਨੂੰ? ਮੈਂ ਕਿਹਾ ਨੋ, ਜਿਸ ਭਰੇ ਸੈਕਸ਼ਨ ਦੇ ਵਿੱਚ ਇਹਨੇ ਗੱਲ ਕਹੀ ਉਸ ਭਰੇ ਸੈਕਸ਼ਨ ਦੇ ਵਿੱਚ ਮਾਫੀ ਮੰਗੇ। ਮੈਂ ਕਿਹਾ ਨਹੀਂ ਤੇ ਮੈਂ ਇੱਕ ਦਿਨ ਐਸਾ ਆਏਗਾ ਇਹਦੇ ਇੱਕ ਦੇ ਦੋ ਬਣਾ ਕੇ ਇਹਦੀ ਮਾਂ ਕੋਲ ਔਰ ਇਹਦੀ ਬੀਵੀ ਕੋਲ ਭੇਜਾਂਗੀ। ਗੱਲ ਅਫਸੋਸ ਇਹ ਹੈ ਕਿ ਸਭ ਤੋਂ ਘਟੀਆ ਇਨਸਾਨ ਉਹ ਹੈ ਜਿਹੜਾ ਗਲਤ ਚੀਜ਼ ਨੂੰ ਦੇਖ ਕੇ ਬਰਦਾਸ਼ਤ ਕਰ ਜਾਂਦਾ ਹੈ। ਸਹੀ, ਮੈਂ ਤੁਹਾਡੀ ਸੋਚ ਨਾਲ ਬਿਲਕੁਲ ਸਹਿਮਤ ਹਾਂ ਕਿ ਇੱਕ ਗਲਤ ਗੱਲ ਕਰਨੀ ਕੋਈ ਬੋਲਦਾ ਹੈ ਔਰ ਕਿਸੇ ਵੀ ਧਰਮ ਦੇ ਖਿਲਾਫ ਕੋਈ ਬੋਲਦਾ, ਕਿਸੇ ਵੀ ਇਨਸਾਨ ਦੇ ਖਿਲਾਫ ਕੋਈ ਬੋਲਦਾ ਤੇ ਉਹਨੂੰ ਉੱਥੋਂ ਹੀ ਨਿਪਦੀ ਈਵਲ ਨਿਬੜ ਕੀਤੀ ਜਾਏ। ਔਰ ਮੈਨੂੰ ਅੱਜ ਅਫਸੋਸ ਇਹ ਹੈ ਕਿ ਲੋਕ ਕੈਨੇਡਾ ਦੇ ਵਿੱਚ ਬੈਠੇ ਹੋਏ, ਅਮਰੀਕਾ ਦੇ ਵਿੱਚ ਤੁਸੀਂ ਕਿਹੜੀ ਲਿਆਕਤ ਨਾਲ ਪਹੁੰਚ ਗਏ ਹੋ ਕਿ ਤੁਸੀਂ ਇੱਕ ਗਲਤ ਬੰਦੇ ਨੂੰ ਸਪੋਰਟ ਕਰਦੇ ਹੋ? ਭੈਣ ਜੀ ਬੇਨਤੀ ਹੈਗੀ ਹੈ ਕਿ ਤੁਸੀਂ ਜੋ ਕਹਿ ਰਹੇ ਹੋ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ, ਪਰ ਸਾਨੂੰ ਡਿਸਪਲਿਨ ਨੂੰ ਵੀ ਔਰ ਜਿਹੜੇ ਕਾਨੂੰਨ ਦੇ ਵੀ ਸਾਡੇ ਕੋਲ ਕਾਨੂੰਨੀ ਤੌਰ ਦੇ ਉੱਤੇ ਬੜੀ ਚਾਰਾਜੋਈ ਹੈ। ਅਸੀਂ ਬਹੁਤ ਕੁਝ ਕਰ ਸਕਦੇ ਆ, ਕਾਨੂੰਨ ਵੀ ਸਾਡੀ ਹਿਫਾਜ਼ਤ ਕਰਦਾ ਹੈ ਔਰ ਕਰਦਾ ਵੀ ਰਿਹਾ ਹੈ। ਔਰ ਹਜ਼ਾਰਾਂ ਕੇਸ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਉੱਤੇ ਕਾਨੂੰਨੀ ਚਾਰਾਜੋਈ ਹੈ, ਸਮਾਜਿਕ ਉਹਦੇ ਨਾਲ ਇਸ ਚੀਜ਼ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਵਕਤ ਦੇ ਹਿਸਾਬ ਦੇ ਨਾਲ ਕੋਈ ਜ਼ਰੂਰੀ ਨਹੀਂ ਕਿ ਅਸੀਂ ਉਹ ਇੱਕ ਦੇ ਦੋ ਕਰਕੇ ਹੀ ਅਸੀਂ ਕੋਈ ਨਿਰਣਾ ਕਰ ਸਕਦੇ ਹਾਂ। ਹੋ ਸਕਦਾ ਹੈ ਲੋੜ ਹੈ ਦੋ ਦੇ ਇੱਕ ਵੀ ਕਰਨ ਦੀ ਲੋੜ ਹੈ ਅਗਲੇ ਨੂੰ ਸਮਝਾਉਣ ਦੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਲੋੜ ਹੈ ਇੱਕ ਛੋਟੇ ਜਿਹੇ ਵਕਫੇ ਦੀ, ਫਿਰ ਮੁੜ ਹਾਜ਼ਰ ਹੁੰਦੇ ਹਾਂ।
ਵਕਫੇ ਦੇ ਬਾਅਦ ਤੁਹਾਡਾ ਨਿੱਘਾ ਸਵਾਗਤ ਹੈ। ਭੁਪਿੰਦਰ ਕੌਰ ਜੀ ਹਾਰਡਕੋਰ ਦੇ ਮਸਲੇ ਦੇ ਉੱਤੇ ਤੁਹਾਡੇ ਸਵਾਲਾਂ ਦੇ ਜਵਾਬ ਦੇ ਰਹੇ ਆ। ਕਹਿੰਦੀ ਆ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਤੁਸੀਂ? ਤੁਹਾਡਾ ਨਾਮ? ਹਾਂਜੀ ਮੈਂ ਪੈਂਸਲਵਾਨੀਆ ਤੋਂ ਬੋਲ ਰਹੀ ਹਾਂ। ਮੈਂ ਤੁਹਾਡਾ ਸ਼ੋਅ ਦੇਖ ਰਹੀ ਸੀ, ਤੁਸੀਂ ਹਰਦ ਕੌਰ ਬਾਰੇ ਗੱਲ ਕਰ ਰਹੇ ਸੀ। ਹਾਂਜੀ, ਤੁਹਾਡਾ ਨਾਂ ਕੀ ਹੈਗਾ ਭੈਣ ਜੀ? ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਵੀ ਉਹਨੂੰ ਆਪਣੇ ਨਾਂ ਦੇ ਨਾਲੋਂ ਕੌਰ ਹਟਾ ਲੈਣਾ ਚਾਹੀਦਾ। ਹਾਂਜੀ ਬਿਲਕੁਲ। ਹਾਂਜੀ, ਤੇ ਕਿਉਂਕਿ ਜਿਹੜੇ ਗੁਰੂਆਂ ਪੀਰਾਂ ਦੇ ਸਤਿਕਾਰ ਨਹੀਂ, ਅਸੀਂ ਸਿੱਖ ਧਰਮ 'ਚ ਪੈਦਾ ਹੋ ਕੇ ਗੁਰੂਆਂ ਪੀਰਾਂ ਦਾ ਸਤਿਕਾਰ ਨਹੀਂ ਕਰ ਸਕਦੇ, ਫਿਰ ਸਾਨੂੰ ਆਪਣੇ ਨਾਂ ਦੇ ਨਾਲ ਕੌਰ ਲਾਉਣ ਦਾ ਵੀ ਕੋਈ ਹੱਕ ਨਹੀਂ, ਕਿਉਂਕਿ ਸਾਡੇ ਗੁਰੂਆਂ ਨੇ ਸਿਖਾਇਆ ਵੀ ਤੁਸੀਂ ਹਰ ਧਰਮ ਦਾ ਸਤਿਕਾਰ ਕਰੋ। ਪਰ ਜੇ ਧਰਮ 'ਚ ਤੁਸੀਂ ਪੈਦਾ ਹੋਏ ਹੋ, ਤੁਹਾਡੇ ਨਾਮ ਦੇ ਨਾਲ ਕੌਰ ਲੱਗਿਆ, ਜੇ ਤੁਸੀਂ ਉਹਦਾ ਹੀ ਸਤਿਕਾਰ ਨਹੀਂ ਕਰ ਸਕਦੇ, ਫਿਰ ਤੁਸੀਂ ਕਿਸੇ ਗਾਣਿਆਂ ਦੇ ਰਾਹੀਂ ਕੀ ਤੁਸੀਂ ਕਿਸੇ ਨੂੰ ਸੁਨੇਹਾ ਦੇ ਸਕੋਗੇ? ਹਾਂਜੀ, ਤੁਹਾਡੀ ਆਪਣੇ ਵਿਚਾਰ ਹੈਗੇ ਨੇ, ਪਰ ਮੈਂ ਕਹਾਂਗੀ ਕਿ ਅਸੀਂ ਉਹਨੂੰ ਇਹ ਕਹੀਏ ਕਿ ਆਪਣੇ ਨਾਂ ਦੇ ਨਾਲੋਂ ਕੌਰ ਹਟਾ ਦੇ। ਉਸ ਤੋਂ ਚੰਗਾ ਇਹ ਹੋਵੇਗਾ ਕਿ ਉਸ ਕੌਰ ਦੀ ਅਹਿਮੀਅਤ ਸਮਝੇ। ਇਹ ਸਮਝਣਾ ਬਹੁਤ ਲਾਜ਼ਮੀ ਹੈ ਔਰ ਬਹੁਤ ਜ਼ਰੂਰੀ ਹੈਗਾ ਕਿ ਉਹਨੂੰ ਸਮਝਾਈਏ ਔਰ ਉਹਨਾਂ ਤੱਕ ਇੱਕ ਮੈਸੇਜ ਪਹੁੰਚਾਈਏ। ਦੇਖੋ, ਤੈਸ਼ 'ਚ ਆਉਣ ਦੀ ਲੋੜ ਇਸ ਵੇਲੇ ਨਹੀਂ ਹੈ। ਇਸ ਤੋਂ ਚੰਗਾ ਇਹ ਹੋਵੇਗਾ ਕਿ ਸੂਝ-ਬੂਝ ਨਾਲ ਅਸੀਂ ਇੱਕ ਉਸ ਤੱਕ ਮੈਸੇਜ ਪਹੁੰਚਾਈਏ। ਸਾਡੇ ਸ਼ੋਅ ਦਾ ਵੀ ਇਹੀ ਮਕਸਦ ਹੈ ਜੀ। ਇੱਕ ਹੋਰ ਕਾਲਰ ਹੈਗੇ ਸਾਡੇ ਨਾਲ। ਹੈਲੋ ਹਾਂਜੀ ਲੰਬਾ ਸਾਹਿਬ ਜੀ, ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਂ ਕੀ ਹੈਗਾ ਵੀਰ ਜੀ? ਫੀਨਿਕਸ ਤੋਂ। ਹਾਂਜੀ, ਤੇ ਉਹ ਪਿੱਛੇ ਭੈਣ ਜੀ ਨੇ ਕਾਲ ਕੀਤੀ ਸੀ ਨਾ, ਉਹਨੇ ਕਿਹਾ ਸੀ ਵੀ ਉਹ ਆਪਣੇ ਨਾਂ ਨਾਲੋਂ ਕੌਰ ਹਟਾ ਦੇਣਾ ਚਾਹੀਦਾ ਹੈ। ਹਾਂਜੀ ਹਾਂ, ਬਸ ਇੰਨੀ ਸਜ਼ਾ ਹੀ ਪਾਸ ਹੋਊਗੀ ਸਿੱਖ ਧਰਮ ਚ, ਉਹਨੂੰ ਖਾਰਜ ਕਰ ਦਿਓ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ। ਦੇਖੋ, ਹੁਣ ਜਿਹੜੇ ਕਾਲਰਸ ਆ ਰਹੇ ਨੇ। ਹੈਲੋ ਹਾਂਜੀ, ਕੌਣ ਬੋਲ ਰਹੇ ਜੀ? ਕਿੱਥੋਂ ਬੋਲ ਰਹੇ? ਹਾਂਜੀ, ਮੈਂ ਕੈਨੇਡਾ ਤੋਂ ਬੋਲ ਰਿਹਾ ਸੀਗਾ ਜੀ। ਜੀ, ਕੌਣ ਬੋਲ ਰਹੇ ਹੋ? ਸ਼ੁਭ ਨਾਮ? ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ ਜੀ। ਜੀ ਅੰਮ੍ਰਿਤਪਾਲ ਜੀ, ਹੁਕਮ ਕਰੋ। ਬਸ ਮੈਂ ਪ੍ਰੋਗਰਾਮ ਦੇਖ ਰਿਹਾ ਸੀਗਾ ਜੀ, ਤੁਹਾਡਾ ਗੈਟ ਲਾਈਵ। ਜੀ ਹਾਰਡਕੋਰ ਦੇ ਬਾਰੇ ਜੀ। ਜਸਟ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਮਤਲਬ ਇਹ ਇੰਨਾ ਇੰਸੀਡੈਂਟ ਵੱਡਾ ਕੀਤਾ, ਮਤਲਬ ਇੰਨਾ ਬਦਤਮੀਜ਼ੀ ਨਾਲ ਬੋਲੀ ਲੇਡੀ, ਮਤਲਬ ਇਹ ਚੀਜ਼ ਲਈ ਆਈ ਥਿੰਕ ਮਤਲਬ ਕਿ ਐਡਮਿਨਿਸਟ੍ਰੇਸ਼ਨ ਉੱਥੇ ਦੀ ਜ਼ਿੰਮੇਵਾਰ ਹੈ ਜੀ, ਹੈ ਨਾ ਜੀ। ਇਹ ਇੰਸੀਡੈਂਟ ਜਿੱਦਾਂ ਏਦਾਂ ਹੋਇਆ, ਉੱਥੇ ਦੀ ਗਵਰਨਮੈਂਟ, ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਜੋ ਵੀ ਹੈਗੇ ਆ ਜੀ, ਇਹ ਚਾਹੀਦਾ ਸੀਗਾ ਕਿ ਸ਼ੀ ਸ਼ੁੱਡ ਬੀ ਬੈਨ ਫਰੋਮ ਪੰਜਾਬ, ਲਾਈਕ ਐਟਲੀਸਟ ਮਤਲਬ ਕਿ ਇੱਥੇ ਕੋਈ ਸ਼ੋਅ ਨਹੀਂ ਕਰ ਸਕਦੀ ਉਹ ਆ ਕੇ। ਜੀ ਤੁਹਾਡੇ ਵਿਚਾਰ ਤੁਹਾਡੇ ਬਹੁਤ ਸ਼ਲਾਘਾਯੋਗ ਹੈ, ਪਰ ਇੱਕ ਦੱਸ ਦਈਏ, ਬਾਦਲ ਸਾਹਿਬ ਦੀ ਹਕੂਮਤ ਚੰਡੀਗੜ੍ਹ ਤੇ ਨਹੀਂ ਚੱਲਦੀ, ਉਹ ਯੂਨੀਅਨ ਟੈਰੀਟਰੀ ਹੈ, ਭਾਰਤ ਸਰਕਾਰ ਦਾ ਉੱਥੇ ਹੁਕਮ ਚੱਲਦਾ ਹੈ। ਬਹੁਤ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਮੈਂ ਗੁਰਿੰਦਰਜੀਤ ਸਿੰਘ ਬੋਲ ਰਿਹਾ ਜੀ, ਕੈਨੇਡਾ ਤੋਂ। ਜੀ ਵੀਰ, ਹੁਕਮ ਕਰੋ, ਦੱਸੋ ਕੀ ਸੁਨੇਹਾ ਦੇਣਾ ਚਾਹੁੰਦੇ? ਨਹੀਂ, ਬੇਨਤੀ ਇਸ ਤਰ੍ਹਾਂ ਜੀ, ਮੈਂ ਤੇ ਚਲੋ ਤੁਹਾਡਾ ਪ੍ਰੋਗਰਾਮ ਜਦੋਂ ਸ਼ੁਰੂ ਹੋਇਆ ਤੋਂ ਹੀ ਸੁਣ ਰਿਹਾ ਜੀ। ਇਸ ਤੋਂ ਪਹਿਲਾਂ ਤੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਇਹਦੇ ਬਾਰੇ, ਤੁਹਾਡੇ ਤੋਂ ਮੈਨੂੰ ਇਹ ਇਨਫੋਰਮੇਸ਼ਨ ਮਿਲੀ ਹੈ ਜੀ। ਤੇ ਇਹ ਬੜੀ ਦੁਖਦਾਈ ਗੱਲ ਹੈ ਜੀ। ਉਹ ਭੈਣ ਜੀ ਜਿਹੜੀ ਗੱਲ ਕਰ ਰਹੇ ਸੀ ਤੁਸੀਂ, ਚਲੋ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ ਪਹਿਲਾਂ। ਇੱਥੇ ਬੈਠਿਆ ਜਿਸ ਤਰ੍ਹਾਂ ਵੀ ਇੱਕ ਤਰ੍ਹਾਂ ਦਾ ਬੰਦੇ ਦਾ ਖੂਨ ਖੋਲ ਉੱਠਦਾ ਹੈ। ਸਿੱਖ ਧਰਮ ਹੀ ਨਿਹਾਇਤ ਇੱਕ ਇਹੋ ਜਿਹਾ ਧਰਮ ਕਿ ਜਿਹੜਾ ਸਾਰੇ ਧਰਮਾਂ ਨੂੰ ਸਨਮਾਨ ਦਿੰਦਾ ਹੈ, ਸਾਰੇ ਧਰਮਾਂ ਨੂੰ ਇੱਜ਼ਤ ਸਨਮਾਨ ਦੀ ਇਹਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਤੇ ਉਹ ਸਪੈਸ਼ਲੀ ਪੰਜਾਬ ਦੀ ਗੁਰੂਪੁਰਾਂ ਦੀ ਧਰਤੀ ਆ, ਉਸ ਧਰਤੀ ਦੇ ਉੱਤੇ ਜਾ ਕੇ ਇਹੋ ਹੀ ਸ਼ਬਦਾਵਲੀ ਵਰਤਣੀ। ਤੇ ਮੈਂ ਪੁੱਛਣਾ ਚਾਹੂੰਗਾ, ਸਮੇਂ ਦੀ ਸਰਕਾਰ ਜਿਹੜੀ ਇੱਕ ਪਰਫੈਕਟ ਸਰਕਾਰ, ਨੋ ਡਾਊਟ ਮੈਂ ਉਹ ਸਰਕਾਰ ਦਾ ਸਪੋਰਟਰ ਸੀ ਉੱਥੇ ਇੰਡੀਆ ਚ ਰਹਿੰਦੇ ਹੋਏ ਪਿਛਲੀ ਸਾਰੀ ਮੈਂ ਕੈਨੇਡਾ ਦੇ ਵਿੱਚ। ਕਿਉਂ ਨਹੀਂ ਸਰਕਾਰ ਵੱਲੋਂ ਕਾਨੂੰਨੀ ਤੌਰ ਤੇ ਕੋਈ ਸਟੈਪ ਚੁੱਕਿਆ ਗਿਆ? ਕਿਉਂ ਕਿਸੇ ਸਮਾਜਿਕ ਜਥੇਬੰਦੀ ਉਹ ਜਿਹੜੇ ਨਾਂ ਤੇ ਕਹਿ ਦਿੰਦੇ ਨੇ ਵੀ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹੁੰਚੀ ਆ ਜੀ, ਅੱਗਾ ਲਾਉਣ ਤੱਕ ਤਿਆਰ ਹੋ ਜਾਂਦੇ ਨੇ? ਕਿਉਂ ਨਹੀਂ ਹੁਣ ਤੱਕ ਕੋਈ ਜਥੇਬੰਦੀ ਉੱਭਰ ਕੇ ਇਹੋ ਜਿਹੀ ਸਾਹਮਣੇ ਆਈ? ਕਿਉਂ ਨਹੀਂ ਕੋਈ ਕਾਨੂੰਨੀ ਰਿਟ ਪਟੀਸ਼ਨ ਦਾਇਰ ਕੀਤੀ ਗਈ? ਕਿਉਂ ਕੋਈ ਸਮਾਜਿਕ ਪ੍ਰੈਸ਼ਰ ਉਹਦੇ ਉੱਪਰ ਨਹੀਂ ਬਣਾਇਆ ਗਿਆ? ਕਿਉਂਕਿ ਮਾਫੀ ਕਿਸੇ ਚੀਜ਼ ਦਾ ਹੱਲ ਨਹੀਂ। ਕੱਲ ਨੂੰ ਕੋਈ ਵੱਡਾ ਕਤਲ ਕਰਕੇ ਕੋਈ ਮਾਫੀ ਮੰਗਦੇ ਹੋ ਤਾਂ ਕੋਈ ਨਹੀਂ। ਉਹਨੇ ਜੇ ਗੁਨਾਹ ਕੀਤਾ ਹੈ, ਬਹੁਤ ਬੱਦਰ ਗੁਨਾਹ ਕੀਤਾ ਹੈ, ਉਹਨੂੰ ਸਮਾਜਿਕ ਤੌਰ ਤੇ ਸਜ਼ਾ ਮਿਲਣੀ ਚਾਹੀਦੀ ਹੈ, ਕਾਨੂੰਨੀ ਤੌਰ ਤੇ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ। ਬਾਕੀ ਇਹਦੇ ਬਾਰੇ ਤੁਹਾਡੀ ਜਾਣਕਾਰੀ ਮੈਂ ਚਾਹਾਂਗਾ, ਤੁਹਾਡੇ ਕੀ ਵਿਚਾਰ ਨੇ ਜਾਂ ਭੈਣ ਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜੀ, ਮੈਂ ਤੇ ਬਹੁਤ ਸਪਸ਼ਟ ਵਿਚਾਰ ਹੈਗੇ ਹੈ ਕਿ ਜਿਹੜਾ ਇਨਸਾਨ ਨੂੰ ਡਰ ਹੈ ਅੱਜ ਕੱਲ, ਜਿਹੜਾ ਅੱਜ ਕੱਲ ਦੇ ਬਦਲੇ ਹਾਲਾਤ ਦੇ ਵਿੱਚ,
ਉਹ ਨਾ ਤਾਂ ਉਸ ਨੂੰ ਧਰਮ ਦਾ, ਨਾ इखलाक ਦਾ, ਨਾ समाज ਦਾ। लबों पे रंग उल्फत के भरे हैं दिल कदूरत से, खुदा की बात करते हो खुदा से कौन डरता है, अगर डर है तो सिर्फ कानून ਦਾ। ਬਾਕੀ ਭੁਪਿੰਦਰ ਜੀ ਦੱਸਣਗੇ ਕਿ ਕੀ ਇਹਦੇ ਬਾਰੇ ਉਹਨਾਂ ਦੇ ਕੀ ਵਿਚਾਰ ਹੈ ਜੀ। ਮੈਂ ਤੇ ਕਹਾਂਗੀ ਗੁਰਬਾਣੀ ਵਿੱਚ ਲਿਖਿਆ ਹੈ, ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਜੀ ਜੇ ਉਹਨੇ ਫਿੱਕਾ ਬੋਲਿਆ ਹੈ ਤੇ ਅਸੀਂ ਉਹਨੂੰ ਇੰਟਰਨੈਸ਼ਨਲ ਲੈਵਲ ਤੇ ਕੰਡੈਮ ਕਰ ਰਹੇ ਹਾਂ। ਹੁਣ ਗੱਲ ਹੈਗੀ ਹੈ ਇੰਡੀਅਨ ਗਵਰਨਮੈਂਟ ਦੇ ਉਸ ਤੇ ਐਕਸ਼ਨ ਲੈਣ ਦੀ। ਇਹ ਅਸੀਂ ਔਰ ਧਰਮ ਦੇ ਨਾਂ ਤੇ ਜਿਹੜੇ ਆਪਣੇ ਆਪ ਨੂੰ ਧਰਮ ਦੇ ਪਹਿਰੇਦਾਰ ਕਹਿੰਦੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ ਔਰ ਇਕੱਠੇ ਰਲ ਕੇ ਇੱਕ ਉਹਨੂੰ ਸੀਖ ਦੇਣੀ ਚਾਹੀਦੀ ਹੈਗੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਹੋਰ ਕਾਲਰ ਸਾਡੇ ਨਾਲ ਜੁੜੇ ਹੈ। ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਜੀ, ਕਿੱਥੋਂ? ਹੈਲੋ ਹਾਂਜੀ ਲਾਂਬਾ ਸਾਹਿਬ, ਵਜੇ ਖਾਲਸਾ ਵਜੇ ਫਤਿਹ, ਬਖਸ਼ੀਸ਼ ਸਿੰਘ ਮੈਰੀਲੈਂਡ ਤੋਂ ਬੋਲ ਰਿਹਾ ਜੀ। ਬਖਸ਼ੀਸ਼ ਸਿੰਘ ਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਹਰਕਤ ਕਰਨੀ। ਇਹ ਫਰੀडम ਆਫ ਸਪੀਚ ਦੀ ਗੱਲ ਨਹੀਂ। ਇਹ ਕਿਸੇ ਵੀ ਧਰਮ ਦੇ ਬਾਰੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਕਰਦਾ ਉਹਦਾ ਸਖਤ ਨੋਟਿਸ ਲੈਣਾ ਚਾਹੀਦਾ। ਸਾਡੀਆਂ ਦੋ ਸਿਰਮੌਰ ਸੰਸਥਾਵਾਂ ਹਨ, SGPC, ਅਕਾਲ ਤਖਤ ਸਾਹਿਬ ਤੋਂ ਵੀ ਇਹਨਾਂ ਨੂੰ ਨੋਟਿਸ ਦੇਣਾ ਚਾਹੀਦਾ ਕਿ ਉੱਥੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ। ਇਹ ਬੜਾ ਜ਼ਰੂਰੀ ਹੈ। ਅਗਰ ਅਸੀਂ ਇਹਦਾ ਨਹੀਂ ਇਸ ਵਾਰੀ ਸਖਤ ਐਕਸ਼ਨ ਲੈਂਦੇ ਤਾਂ ਕੱਲ ਨੂੰ ਕੋਈ ਹੋਰ ਉੱਠ ਕੇ ਇਸ ਤਰ੍ਹਾਂ ਦਾ ਮਖੌਲ ਕਰੇਗਾ। ਤੁਹਾਨੂੰ ਪਤਾ ਹੀ ਹੈ ਕਿ ਇਸ ਯੂਨਾਈਟਿਡ ਸਟੇਟਸ ਦੇ ਵਿੱਚ ਬਥੇਰੀ ਫਰੀडम ਆਫ ਸਪੀਚ ਹੈ, ਪਰ ਕੋਈ ਕਿਸੇ ਬਾਰੇ ਧਰਮ ਬਾਰੇ ਨਹੀਂ ਕਰਦਾ। ਜਿਹਨਾਂ ਨੇ ਕੀਤਾ ਸੀ ਪਿੱਛੇ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਨੇ ਕੀਤਾ ਸੀ ਤਾਂ ਉਹਦਾ ਕੀ ਅਸਰ ਹੋਇਆ ਸੀ। ਬਿਲਕੁਲ। ਮੇਰੀ ਤਾਂ ਖਿਆਲ ਇਹ ਹੈ ਕਿ ਇਹਦੇ ਬਾਰੇ ਜ਼ਰੂਰ ਸਾਨੂੰ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ, ਇਹਦੇ ਜ਼ਰੂਰ ਪਹਿਰਾ ਦੇਣਾ ਚਾਹੀਦਾ ਹੈ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਜੀ? ਮੈਂ ਗੁਰਬਖਸ਼ ਸਿੰਘ ਬੋਲ ਰਿਹਾ ਜੀ, ਮੈਰੀਲੈਂਡ ਤੋਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਤੁਸੀਂ 10 ਸੈਕਿੰਡ ਵਿੱਚ ਆਪਣਾ ਸੁਨੇਹਾ ਦੇ ਦਿਓ ਸਾਨੂੰ, ਤੁਸੀਂ ਦੇ ਸਕਦੇ ਹੋ। ਸੁਨੇਹਾ ਇਹੋ ਹੀ ਆ ਵੀ ਬੜਾ ਸੋਹਣਾ ਤੁਸੀਂ ਟਾਪਿਕ ਲਿਆਂਦਾ ਹੈ ਤੇ ਬੀਬਾ ਭੁਪਿੰਦਰ ਕੌਰ ਹੋਣੀ ਬਹੁਤ ਧੀਰਜ ਨਾਲ, ਸਿਆਣਪ ਨਾਲ ਹਰ ਸਵਾਲ ਦਾ ਜਵਾਬ ਦਿੰਦੇ ਪਏ ਨੇ। ਮੈਂ ਇਹਨਾਂ ਨੂੰ ਮੁਬਾਰਕ ਦੇਣਾ। ਇਹਨਾਂ ਦੀ ਉਮਰ ਤੇ ਬਹੁਤੀ ਨਹੀਂ ਜਾਪਦੀ। ਸੋ ਠੀਕ ਆ, ਹਾਰਡ ਕੌਰ ਨੂੰ ਕੋਈ ਸੂਝਵਾਨ ਸਿਆਣੇ ਬੰਦੇ ਮਿਲਣ ਤੇ ਉਸ ਨਾਲ ਗੱਲਬਾਤ ਕਰਨ, ਉਹਨੂੰ ਸਮਝਾਉਣ ਵੀ ਅੱਗੇ ਤੋਂ ਕਿਸੇ ਨਸ਼ੇ 'ਚ ਜਾਂ ਕਿਸੇ ਹੋਰ ਤਹਿ 'ਚ ਆ ਕੇ ਇਹੋ ਜਿਹੀ ਬਦਤਮੀਜ਼ੀ ਦੀ ਗੱਲ ਨਾ ਕਰੇ। ਉਹਦੇ ਕੋਲ ਆਫ ਕੋਰਸ ਨੌਲੇਜ ਕੋਈ ਨਹੀਂ ਹੈਗੀ ਵਿਚਾਰੀ ਕੋਲ, ਤੇ ਸਾਨੂੰ ਭਾਵਕ ਨਹੀਂ ਹੋਣਾ ਚਾਹੀਦਾ। ਸਾਨੂੰ ਬਹੁਤ ਧੀਰਜ ਨਾਲ ਇਸ ਮਸਲੇ ਨੂੰ ਨਜਿੱਠਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹੈਲੋ 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 ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਜੀ? ਲਾਂਬਾ ਸਾਹਿਬ, ਮੈਂ ਇਹਨਾਂ ਲੋਕਾਂ ਵਾਸਤੇ ਇੱਕ ਛੋਟੀ ਜਿਹੀ ਗੱਲ। ਰਤਨ ਸਿੰਘ ਜੀ, ਸਰ ਰਤਨ ਸਿੰਘ ਜੀ। ਹਾਂਜੀ ਹਾਂਜੀ ਨਾ ਜੀ, ਸੰਖੇਪ ਵਿੱਚ। ਨਾ ਈਮਾ ਪਰਸਤੀ ਨਾ ਔਜਾਏ ਦੀ, ਨਾ ਸਹਿਬੇ ਸਨਾਚੋ ਨਾ ਸਹਿਬੇ ਜਕੀ। ਤੇ ਇਹਨਾਂ ਲੋਕਾਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਜਾਂ ਕੋਈ ਧਰਮ ਕੀ ਚੀਜ਼ ਹੁੰਦੀ ਹੈਗੀ ਆ। ਜੀ ਜੀ। ਤੇ ਦੂਜੀ ਗੱਲ ਮੈਂ ਇਹ ਕਹੂੰਗਾ ਕਿ ਜੇ he who cannot dare to reason he is a slave। ਤੇ ਤੀਜੀ ਗੱਲ ਮੈਂ ਇਹ ਕਹੂੰਗਾ ਕਿ ਜ਼ਮੀਰ ਤੇ ਇਖਲਾਕ ਕਦੇ ਨਹੀਂ ਮਰਿਆ ਕਰਦੇ। ਠੀਕ ਹੈ, ਹਵਾਨੀਅਤ ਨੇ ਆਪਣਾ ਨਾਚ ਨੱਚਣਾ ਹੁੰਦਾ ਹੈਗਾ, ਉਹਦੇ ਖਿਲਾਫ ਇਨਸਾਨੀਅਤ ਵੀ ਹੈਗੀ ਹੈ। ਇਨਸਾਨੀਅਤ ਹਮੇਸ਼ਾ ਜਿੰਦਾ ਰਹੇਗੀ। ਹਵਾਨੀਅਤ ਟੈਂਪਰੇਰੀ ਪਲੇ ਹੈਗਾ, ਜਿੰਨਾ ਚਿਰ ਚੱਲਦਾ ਚੱਲੂਗਾ। ਪਰ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਜ਼ਰੂਰ ਸੱਚ ਦਾ ਸੱਚ ਨਿਭੇਗਾ। ਇਹ ਲੋਕ ਜਿਹੜੇ ਹੈਗੇ ਬਿਲਕੁਲ ਤੁਸੀਂ ਠੀਕ ਕਿਹਾ ਹੈਗਾ, ਕਦੇ ਨਹੀਂ ਮਰਦੀਆਂ। ਉੱਥੇ ਇਹ ਕਹਿ ਸਕਦੇ ਹੈਗੇ ਆ ਕਿ ਉਹ ਭੀੜ ਹੋਊਗੀ ਭੇਡਾਂ ਦੀ, ਜਿਨ੍ਹਾਂ ਦੇ ਵਿੱਚ ਇਹੋ ਜਿਹੀ ਵਾਹਜਾਤ ਬੋਲੀ ਬੋਲ ਗਈ, ਉਹ ਬਲੈਤੀ ਤੇ ਦੇਸੀ ਚੀਕਾਂ ਮਾਰ ਗਈ। ਤੇ ਇਨਸਾਨ ਇਹੋ ਜਿਹੀਆਂ ਗੱਲਾਂ ਨਾ ਸਹਿੰਦਾ ਤੇ ਨਾ ਕਰਦਾ, ਨਾ ਚੰਗਾ ਸਮਝਦਾ। ਠੀਕ ਹੈ, ਠੀਕ ਹੈ, ਬਹੁਤ ਬਹੁਤ ਧੰਨਵਾਦ। ਭੁਪਿੰਦਰ ਜੀ ਕੁਝ ਕਹਿਣਾ ਚਾਹੁੰਦੇ ਹੋ? ਇਹਨਾਂ ਨੇ ਬਹੁਤ ਸੋਹਣਾ ਕਿਹਾ। ਹਾਂਜੀ, ਇਹਨਾਂ ਦੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹੈਗੀ ਆ ਕਿ ਜੋ ਉਹ ਕਰ ਗਈ ਹੈਗੀ ਹੈ ਉਹਦੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਨਵੀਂ ਪੀੜ੍ਹੀ ਵਿੱਚ ਸੂਝ-ਬੂਝ ਨਹੀਂ ਹੈਗੀ। ਗੱਲ ਉਹੀ ਹੈ, ਭੇਡ ਚਾਲ ਦੀ। ਜੀ ਬਹੁਤ ਬਹੁਤ ਧੰਨਵਾਦ। ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ। ਦਰਅਸਲ ਮਸ਼ਹੂਰ ਹੋਣ ਦਾ
ਇੱਕ ਇਹ ਵੀ ਤਰੀਕਾ ਹੁੰਦਾ ਹੈ ਕਿ ਸ਼ਰੇਆਮ ਗੰਦ ਖਲੇਰ ਦਿੱਤਾ ਜਾਏ, ਸਾਰੀ ਦੁਨੀਆ ਦੇ ਵਿੱਚ ਮਸ਼ਹੂਰੀ ਮਿਲਦੀ ਹੈ ਜਿਹੜੀ ਅਦਰਵਾਈਜ਼ ਬਹੁਤ ਕੁਝ ਕਰਕੇ ਨਹੀਂ ਮਿਲਦੀ। ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਜ਼ਰੂਰ ਤੁਸੀਂ ਸਾਨੂੰ lamba@getpunjabi.tv ਦੇ ਉੱਤੇ ਆਪਣੇ ਵਿਚਾਰ ਦਿਓ। ਬਹੁਤ ਬਹੁਤ ਧੰਨਵਾਦ ਭੁਪਿੰਦਰ ਜੀ, ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ।